ठीक है। ਅਸੀਂ ਮੋਡਰਨ ਹਿਸਟਰੀ ਸ਼ੁਰੂ ਕੀਤੀ ਹੈ, ਸ਼ਾਇਦ ਸਭ ਨੂੰ ਪਤਾ ਹੀ ਇਸ ਗੱਲ ਦਾ ਕਿ ਮੋਡਰਨ ਹਿਸਟਰੀ ਦੀ ਜਿਹੜੀ ਸ਼ੁਰੂਆਤ ਹੈ ਨਾ ਉਹ ਅਸੀਂ ਕੀਤੀ ਹੈ ਕਿ ਯੂਰੋਪੀਅਨਸ ਜਦੋਂ ਭਾਰਤ 'ਚ ਉਹਨਾਂ ਦਾ ਆਗਮਨ ਹੋਇਆ, ਠੀਕ ਆ, ਕਿ ਉਹ ਭਾਰਤ 'ਚ ਕਿਵੇਂ ਆਏ। ਅਤੇ ਅੱਜ ਅਸੀਂ ਉਸ ਤੋਂ ਅੱਗੇ ਇਹਨੂੰ ਸਟਾਰਟ ਕਰਾਂਗੇ। ਯੂਰੋਪੀਅਨਸ ਦੇ ਵਿੱਚ ਮੈਂ ਇਹ ਸਮਝਾਇਆ ਸੀ ਪਹਿਲਾਂ ਕਿ ਆਖਰ ਜਿਹੜੇ ਟਾਈਮ ਇਹ ਯੂਰੋਪੀਅਨਸ ਭਾਰਤ 'ਚ ਆਏ, ਇਸ ਸਮੇਂ ਨੂੰ ਲੈ ਕੇ ਕਦੀ ਕਨਫਿਊਜ਼ ਨਾ ਹੋ ਜਿਓ, ਬਿਕੋਜ਼ ਇਹ ਭਾਰਤ ਦੇ ਹਿਸਾਬ ਨਾਲ ਮੱਧਕਾਲੀਨ ਭਾਰਤ ਸੀਗਾ, ਮੈਡੀਵਲ ਹਿਸਟਰੀ ਚੱਲ ਰਹੀ ਸੀ ਉਦੋਂ। ਉਹ ਸਮਾਂ ਸੀ ਜਦੋਂ ਯੂਰੋਪੀਅਨਸ ਭਾਰਤ 'ਚ ਐਂਟਰ ਕਰਦੇ ਆ ਅਤੇ ਆਉਣ ਵਾਲੀ ਸਭ ਤੋਂ ਪਹਿਲੀ ਤਾਕਤ ਦੇ ਤੌਰ 'ਤੇ ਕੌਣ ਆਉਂਦਾ ਇੱਥੇ? ਸਭ ਤੋਂ ਪਹਿਲੀ ਤਾਕਤ ਦੇ ਤੌਰ 'ਤੇ ਆਉਂਦੇ ਆ ਪੁਰਤਗੀਜ਼ 1498 'ਚ। 1502 'ਚੋਂ ਪਹਿਲੀ ਫੈਕਟਰੀ ਲਾਉਂਦੇ ਆ। ਫਿਰ ਉਸ ਤੋਂ ਬਾਅਦ ਉਹ ਕਿਵੇਂ ਆਪਣੇ ਆਪ ਨੂੰ ਵੈਸਟਰਨ ਕੋਸਟ ਤੋਂ, ਪੱਛਮੀ ਤੱਟ ਤੋਂ ਲੈ ਕੇ ਪੂਰੇ ਥੱਲੇ ਥੱਲੇ ਭਾਰਤ ਦਾ ਪੈਨਿਨਸੂਲਾ ਜਿਹੜਾ ਪ੍ਰਾਦੀਪ ਆ ਭਾਰਤ ਦਾ, ਜਿਹਦੇ ਤਿੰਨੇ ਪਾਸੇ ਪਾਣੀ ਆ, ਉਸ ਇਲਾਕੇ 'ਚ ਫੈਲਾਉਂਦੇ ਆ। ਫਿਰ ਮੈਂ ਦੂਸਰੀ ਪਾਵਰ ਦੱਸੀ ਸੀ ਤੁਹਾਨੂੰ, ਡੱਚ। ਫਿਰ ਮੈਂ ਤੀਸਰੀ ਪਾਵਰ ਬਾਰੇ ਦੱਸਿਆ ਸੀਗਾ, ਡੇਨਜ਼। ਆਲਦੋ ਇਹ ਵੀ ਦੱਸਿਆ ਮੈਂ ਤੁਹਾਨੂੰ ਕਿ ਡੈਨਮਾਰਕ ਦੇ ਡੇਨਜ਼ 1620 'ਚ ਆਏ ਆ, ਪਰ ਉਹ ਛੋਟੇ ਜਿਹੇ ਸੀ, ਮੈਂ ਪਹਿਲਾਂ ਪੜ੍ਹਾਤੇ। ਅਸਲੀ ਦੋ ਤਾਕਤਾਂ ਨੇ। 1600 ਦੇ ਵਿੱਚ ਇੰਗਲੈਂਡ ਦੀ ਪਰਮਿਸ਼ਨ ਲੈ ਕੇ 1602 ਦੇ ਵਿੱਚ ਇੰਡੀਆ 'ਚ ਆਉਣ ਵਾਲੇ ਬ੍ਰਿਟਿਸ਼, ਅਤੇ 1664 'ਚ ਫਰਾਂਸ ਦੇ ਰਾਜੇ ਤੋਂ ਪਰਮਿਸ਼ਨ ਲੈ ਕੇ 1668 'ਚ ਆਉਣ ਵਾਲੇ ਫਰੈਂਚ। ਬ੍ਰਿਟਿਸ਼ ਇੱਕ ਪ੍ਰਾਈਵੇਟ ਕੰਪਨੀ ਸੀ ਜਿਹਦੇ 'ਚ ਪਹਿਲੀ ਲੀਵੈਂਟ ਕੰਪਨੀ ਦਾ ਮੈਂ ਨਾਮ ਦੱਸਿਆ ਸੀ, ਅਤੇ ਫਰੈਂਚ ਕੰਪਨੀ ਆਪਣੇ ਆਪ 'ਚ ਇੱਕ ਸਰਕਾਰੀ ਕੰਪਨੀ ਸੀ। ਗੱਲ ਕਲੀਅਰ ਆ? ਇਹਨਾਂ ਦੋਵਾਂ ਕੰਪਨੀਆਂ ਦੀ ਅਸਲੀ ਰਾਈਵਲੀ ਚੱਲੂਗੀ 1700 ਤੋਂ ਬਾਅਦ। ਬਾਕੀ ਕੰਪਨੀਆਂ ਡੱਚ, ਡੇਨਸ ਅਤੇ ਜਿਹੜੇ ਛੋਟੇ ਮੋਟੇ ਸੀਗੇ ਪੁਰਤਗੀਜ਼, ਉਹ ਤਾਂ 1700 ਤੋਂ ਪਹਿਲਾਂ ਹੀ ਸੁੰਗੜਦੇ ਜਾ ਰਹੇ ਸੀਗੇ। 1700 ਤੋਂ ਬਾਅਦ ਤੇ ਉਹਨਾਂ ਦਾ ਨਾਮ ਜਿਹਾ ਰਹਿ ਗਿਆ। ਅਤੇ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ 1700 ਤੋਂ ਬਾਅਦ ਜੇ ਉਹਨਾਂ ਦਾ ਨਾਮ, ਠੀਕ ਆ, 1700 ਤੋਂ ਬਾਅਦ ਉਹਦਾ ਜੇ ਨਾਮ ਹੀ ਰਹਿ ਗਿਆ, ਠੀਕ ਆ, ਤਾਂ 1700 ਤੋਂ ਬਾਕੀ ਮੇਨ ਕੰਪਨੀਆਂ ਦੋ ਹੀ ਸੀ ਜਿਹੜੀਆਂ 1700 ਤੋਂ ਬਾਅਦ ਲੜੀਆਂ ਨੇ। ਇਹ 1700 ਤੋਂ ਬਾਅਦ ਦੋ ਹੀ ਕੰਪਨੀਆਂ ਜਿਹੜੀਆਂ ਮੇਨ ਲੜੀਆਂ ਸੀਗੀਆਂ, ਉਹ ਸੀ ਇੱਕ ਬ੍ਰਿਟਿਸ਼ ਅਤੇ ਇੱਕ ਫਰੈਂਚ। ਬਾਕੀ ਤਾਂ ਸਾਰੇ ਸੁੰਗੜ ਕੇ ਇੱਕ ਜਿਹੜੇ ਡੱਚ ਸੀ ਉਹ ਤਾਂ 1800 'ਚ ਹੀ ਬੋਰੀ ਬਿਸਤਰਾ ਪੈਕ ਕਰਕੇ ਚਲੇ ਗਏ। 1869 ਦੀ 1 ਜਨਵਰੀ 1869 ਦੀ 1 ਜਨਵਰੀ ਨੂੰ ਡੇਨਸ ਵੀ ਪੈਕ ਕਰਕੇ ਚਲੇ ਗਏ ਬੋਰੀ ਬਿਸਤਰਾ। ਪੁਰਤਗੀਜ਼ 1800 ਤੱਕ ਜਾਂਦੇ ਜਾਂਦੇ ਆਈ ਥਿੰਕ ਗੋਆ, ਦਮਨ ਦਿਊ, ਦਾਦਰਾ ਨਗਰ ਹਵੇਲੀ ਤੱਕ ਹੀ ਸੀਮਿਤ ਰਹਿ ਗਏ। ਇਹਦਾ ਮਤਲਬ ਬਚੇ ਕਿਹੜੇ? ਦੋ ਹੀ। ਕਿਹੜੇ? ਇੱਕ ਬ੍ਰਿਟਿਸ਼ ਅਤੇ ਇੱਕ ਕਿਹੜੇ? ਫਰੈਂਚ। ਜਦੋਂ ਮੈਂ ਬ੍ਰਿਟਿਸ਼ ਅਤੇ ਫਰੈਂਚ ਪੜ੍ਹਾਊਂਗਾ ਨਾ ਤਾਂ ਤੁਸੀਂ ਇੱਕ ਗੱਲ ਨੂੰ ਲੈ ਕੇ ਕਾਫੀ ਹੈਰਾਨ ਹੋਵੋਗੇ ਕਿ 1740 ਤੋਂ ਲੈ ਕੇ 1760 ਤੱਕ, 1740 ਤੋਂ ਲੈ ਕੇ 1760 ਤੱਕ ਭਾਰਤ ਦੇ ਵਿੱਚ ਭਾਰਤ ਦੇ ਰਾਜੇ ਮਸ਼ਹੂਰ ਨਹੀਂ ਸੀ ਹੋਏ। ਭਾਰਤ ਦੇ ਵਿੱਚ ਇਹ ਦੋ ਤਾਕਤਾਂ ਮਸ਼ਹੂਰ ਨੇ 1740 ਤੋਂ ਲੈ ਕੇ, ਜਾਂ ਪੰਜਾਬੀ 'ਚ ਇਹ ਕਹਿ ਲਓ 1700 ਤੋਂ ਲੈ ਕੇ 1750 ਤੱਕ। 1700 ਤੋਂ ਲੈ ਕੇ 1750 ਤੱਕ ਇਹ 50 ਸਾਲ ਇਹਨਾਂ ਦੋ ਤਾਕਤਾਂ ਨੇ ਜੋ ਕਾਟੋ ਕਲੇਸ਼ ਆਪਸ 'ਚ ਕੀਤਾ ਹੈ, ਫਰੈਂਚ ਅਤੇ ਬ੍ਰਿਟਿਸ਼। ਇਸ ਕਰਕੇ ਬ੍ਰਿਟਿਸ਼ ਅਤੇ ਫਰੈਂਚ ਨੂੰ ਪੜ੍ਹਾਉਣ ਤੋਂ ਪਹਿਲਾਂ ਹੀ ਇੱਕ ਵਾਰਨਿੰਗ ਆ ਕਿ ਇਹ ਦੋਵੇਂ ਬਹੁਤ ਤਾਕਤਵਰ ਤਾਕਤਾਂ ਇੰਡੀਆ 'ਚ ਆਈਆਂ। ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਸਹੀ ਤਰੀਕੇ ਨਾਲ ਕੰਸੋਲੀਡੇਟ ਕਰਨਾ ਹੈ। ਬ੍ਰਿਟਿਸ਼ ਵਾਲਿਆਂ ਦੀ ਸ਼ੁਰੂਆਤ ਆਪਾਂ ਕੱਲ੍ਹ ਹੀ ਕਰ ਲਈ ਸੀ ਕਿ ਜੀ ਅਕਬਰ ਦੇ ਵੇਲੇ ਭਾਰਤ 'ਚ ਪਹਿਲਾ ਫੋਰਨ ਟਰੈਵਲਰ ਆਇਆ, ਉਹ ਇੰਗਲੈਂਡ ਦੀ ਰਾਣੀ ਤੋਂ ਪਰਮਿਸ਼ਨ ਲੈ ਕੇ ਨਹੀਂ ਸੀ ਆਇਆ, ਇਸ ਕਰਕੇ ਉਹਨੂੰ ਇੰਡੀਆ 'ਚ ਰਿਕੋਗਨਾਈਜੇਸ਼ਨ ਜਾਂ ਦਰਜਾ ਨਹੀਂ ਮਿਲਿਆ। ਨਾਮ ਕੀ ਸੀ ਉਹਦਾ? ਜੌਨ ਮਿਡਨਹਲ। ਉਸ ਤੋਂ ਬਾਅਦ ਆਇਆ ਵਿਲੀਅਮ ਹੌਕਿੰਸ, ਉਹਨੂੰ ਫਿਰ ਵੀ ਇੱਕ ਉੱਚਾ ਸਟੇਟਸ ਮਿਲਦਾ ਹੈ। ਉਸ ਤੋਂ ਬਾਅਦ ਇੱਕ ਨਾਮ ਬੜਾ ਮਸ਼ਹੂਰ ਹੋਇਆ ਸੀ ਕੱਲ੍ਹ ਦੇ ਲੈਕਚਰ 'ਚ, ਥੋਮਸ ਬੈਸਟ, ਜਿਨੇ ਸੂਰਤ ਦੇ ਨੇੜੇ ਸਵਾਲੀ ਦੀ ਲੜਾਈ ਲੜ ਕੇ ਇੰਗਲੈਂਡ ਦਾ ਸਿਰ ਉੱਚਾ ਕੀਤਾ ਸੀ ਐਜ਼ ਕੰਪੇਅਰ ਟੂ ਪੋਰਤਗੀਜ਼। ਠੀਕ ਆ, ਜਹਾਂਗੀਰ ਉਹਦੇ ਤੋਂ ਬੜਾ ਪ੍ਰਭਾਵਿਤ ਹੋਇਆ ਸੀਗਾ। ਉਸੇ ਦੀ ਸ਼ਾਬਾਸ਼ ਦੇ ਤੌਰ 'ਤੇ ਜਦੋਂ ਇੱਕ ਹੋਰ ਟਰੈਵਲਰ ਇਹਦੇ ਦਰਬਾਰ 'ਚ ਆਇਆ, ਜਹਾਂਗੀਰ ਦੇ ਦਰਬਾਰ 'ਚ, ਸਰ ਥੋਮਸ ਰੋਏ, ਤਾਂ ਉਹਨੂੰ ਫਿਰ ਉਹਨੇ ਲਾਇਸੈਂਸ ਹੋਰ ਵਧਾ ਕੇ ਦੇਤਾ। ਇਸ ਤੋਂ ਬਾਅਦ ਜਿਹੜੀ ਬ੍ਰਿਟਿਸ਼ ਪਾਵਰ ਸੀ 1600 ਤੋਂ ਬਾਅਦ ਇੱਕੋ ਦਮ ਇਹ ਬ੍ਰਿਟਿਸ਼ ਪਾਵਰ ਜਿਹੜੀ ਆ ਫੈਲਣੀ ਸ਼ੁਰੂ ਹੋ ਗਈ। ਤਾਂ ਇਹ ਮੈਂ ਸਾਰੀ ਸਟੋਰੀ ਤੁਹਾਨੂੰ ਇੱਥੋਂ ਤੱਕ ਡਿਸਕਸ ਕਰ ਲਈ ਸੀ। 1612 'ਚ ਬ੍ਰਿਟਿਸ਼ ਸ਼ਿਪ ਡਰੈਗਨ, ਜਿਹੜਾ ਕਿ ਥੋਮਸ ਬੈਸਟ ਦੇ ਅੰਦਰ ਸੀ, ਇਹਨੇ ਸਵਾਲੀ ਦੀ ਲੜਾਈ 'ਚ ਬਹੁਤ ਸ਼ਾਨਦਾਰ ਪਰਫਾਰਮੈਂਸ ਕੀਤੀ। ਇਹ ਮੈਂ ਪੜ੍ਹਿਆ, ਜਹਾਂਗੀਰ ਨੇ ਖੁਸ਼ ਹੋ ਕੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਮਨੋਪਲੀ ਸੀ, ਕਿਲੇ ਬਣਾਉਣ ਦੀ, ਫੈਕਟਰੀਆਂ ਬਣਾਉਣ ਦੀ ਤਾਕਤ ਸੀਗੀ, ਏਕਾਧਿਕਾਰ ਸੀਗਾ, ਉਹ ਹੋਰ ਵਧਾਤਾ ਭਾਰਤ 'ਚ। ਤਾਂ ਬਿਕੋਜ਼ ਤੁਹਾਨੂੰ ਪਤਾ ਹੀ ਹੈ, ਮੈਂ ਦੱਸਿਆ ਵੀ ਸੀਗਾ ਕਿ ਉਹ ਇਹ ਬੇਸਿਕਲੀ ਚਾਹੁੰਦਾ ਕੀ ਸੀਗਾ। ਉਹ ਬੇਸਿਕਲੀ ਚਾਹੁੰਦਾ ਹੀ ਇਹ ਸੀਗਾ ਕਿ ਹਾਂ ਥੋੜ੍ਹੀ ਬਹੁਤੀ ਪੁਰਤਗਾਲੀਆਂ ਦੇ ਬਰਾਬਰ ਦੀ ਤਾਕਤ ਭਾਰਤ 'ਚ ਕੋਈ ਆਵੇ, ਆਪਸ 'ਚ ਲੜ ਲੁੜ ਕੇ ਮਰ ਜਾਣ।
ਗੋਰੇ ਬ੍ਰਿਟਿਸ਼ ਬਹੁਤ ਤੇਜ਼ ਸੀਗੇ, ਬੜੇ ਐਫਰਟ ਸੀਗੇ, ਬੜੀ ਮਿਹਨਤ ਕੀਤੀ ਇਹਨਾਂ ਨੇ। ਬ੍ਰਿਟਿਸ਼ ਵਾਲਿਆਂ ਨੇ ਆਪਣੀ ਪਹਿਲੀ ਫੈਕਟਰੀ ਕਿੱਥੇ ਲਾਈ ਹੈ ਜਾ ਕੇ, ਬੜੀ ਇੰਪੋਰਟੈਂਟ ਗੱਲ ਆ, ਸੂਰਤ 'ਚ 1613 ਦੀ 9 ਜਨਵਰੀ ਨੂੰ, ਦੱਸਿਆ ਵੀ ਸੀ ਮੈਂ। ਫਿਰ ਇਹ ਈਸਟ ਵਾਲੇ ਪਾਸੇ ਨੂੰ ਵਧੇ। 1632 ਦੀ ਗੱਲ ਆ ਕਿ 34 ਦੀ ਗੱਲ ਆ, ਐਗਜ਼ੈਕਟਲੀ ਮੈਨੂੰ ਈਅਰ ਯਾਦ ਨਹੀਂ, ਸ਼ਾਇਦ ਇੱਥੇ ਲਿਖਿਆ ਹੋਵੇ ਕਿਤੇ, ਮੈਂ ਦੱਸ ਦਿੰਦਾ। 1633 ਬਲਾਸੌਰ, ਅੱਜ ਦਾ ਉੜੀਸਾ। ਪੇਪਰ 'ਚ ਇਹ ਆਊਗਾ ਕਿ ਬ੍ਰਿਟਿਸ਼ ਵਾਲਿਆਂ ਨੇ ਪੂਰਬ 'ਚ ਈਸਟ ਵਾਲੇ ਪਾਸੇ ਆਪਣੀ ਪਹਿਲੀ ਫੈਕਟਰੀ ਕਿੱਥੇ ਲਾਈ ਆ, ਤੇ ਉਹ ਬਲਾਸੌਰ 'ਚ ਲਾਈ ਆ। ਫਿਰ ਉਹ ਸਾਊਥ ਇੰਡੀਆ ਨੂੰ ਵੀ ਉਹਨਾਂ ਨੇ ਆਪਣੇ ਆਪ ਨੂੰ ਐਕਸਪੈਂਡ ਕੀਤਾ। ਸਾਊਥ ਇੰਡੀਆ 'ਚ ਉਹਨਾਂ ਨੇ ਆਪਣੀ ਪਹਿਲੀ ਫੈਕਟਰੀ ਲਾਈ ਆ ਮਸੂਲੀਪਤਨਮ 'ਚ। ਕਿੱਥੇ ਲਾਈ ਆ? ਆਂਧਰਾ ਪ੍ਰਦੇਸ਼ ਦਾ ਸ਼ਹਿਰ ਆ ਕਿਹੜਾ, ਮਸੂਲੀਪਤਨਮ 'ਚ। ਤਾਂ ਜਿਹੜੇ ਬ੍ਰਿਟਿਸ਼ ਆਏ ਪੱਛਮੀ ਤੱਟ ਤੇ ਸੀਗੇ, ਵੈਸਟਰਨ ਕੋਸਟ ਤੇ ਸੀ, ਉਹ ਉੱਥੋਂ ਈਸਟਰਨ ਵੱਲ ਨੂੰ ਵੀ ਲੰਘ ਗਏ, ਉਹ ਉੱਥੋਂ ਸਾਊਥ ਵੱਲ ਨੂੰ ਵੀ ਲੰਘ ਗਏ। ਇਟ ਮੀਨਸ, ਤੇ ਮੈਂ ਤੁਹਾਨੂੰ ਇਹ ਵੀ ਗੱਲ ਦੱਸੀ ਸੀਗੀ ਕਿ ਬਈ 1632 ਦੇ ਵਿੱਚ ਉਹਨਾਂ ਨੇ ਗੋਲਕੁੰਡਾ ਦੇ ਸੁਲਤਾਨ ਤੋਂ ਵੀ ਫਰਮਾਨ ਲੈ ਲਿਆ ਸੀਗਾ। ਗੋਲਕੁੰਡਾ ਦੇ ਸੁਲਤਾਨ ਤੋਂ ਵੀ ਫਰਮਾਨ ਲੈ ਲਿਆ ਸੀਗਾ ਕਿ ਸਾਨੂੰ ਤੇਰੇ ਇਲਾਕੇ 'ਚ ਵੀ ਵਪਾਰ ਕਰਨ ਦੀ ਪਰਮਿਸ਼ਨ ਦੇ ਦੇ। ਭੁੱਲੇ ਤਾਂ ਨਹੀਂ ਇੱਕ ਗੱਲ, ਮੈਂ ਕੱਲ ਮੈਡੀਵਲ ਹਿਸਟਰੀ ਦੀ ਗੱਲ ਪੜ੍ਹਾਈ ਸੀ ਇੱਕ, ਕਿ ਜਦੋਂ ਮੈਂ ਮੈਡੀਵਲ ਹਿਸਟਰੀ ਪੜ੍ਹਾਈ ਆ ਜਾਂ ਪੜ੍ਹਾਊਂਗਾ, ਉੱਥੇ ਇੱਕ ਗੱਲ ਦਾ ਅਕਸਰ ਜ਼ਿਕਰ ਆਉਂਦਾ ਹੈ ਕਿ ਜੀ 1340 ਜਾਂ 50 ਦੇ ਦੌਰ 'ਚ, 1340 ਜਾਂ 50, ਕਿੰਨੀ ਮਗਰ ਜਾ ਕੇ ਪਿੱਛੇ ਚਲੋ ਮੈਡੀਵਲ ਹਿਸਟਰੀ, ਜਦੋਂ ਦਿੱਲੀ 'ਚ ਦਿੱਲੀ ਸਲਤਨਤ ਚੱਲ ਰਹੀ ਹੈ, ਉਸ ਸਮੇਂ ਸਾਊਥ ਇੰਡੀਆ 'ਚ 2 ਵੰਸ਼ ਚੱਲੇ ਸੀਗੇ। ਇੱਕ ਵਿਜੇਨਗਰ ਅੰਪਾਇਰ, ਇੱਕ ਥੋੜ੍ਹੀ ਜਿਹੀ ਉਸ ਤੋਂ ਉੱਪਰ ਬਾਹਮਣੀ ਅੰਪਾਇਰ। ਤੇ ਫਿਰ ਮੈਂ ਇਹ ਵੀ ਦੱਸਿਆ ਸੀ ਕਿ 1450 ਤੋਂ ਬਾਅਦ ਜਾ ਕੇ ਬਾਹਮਣੀ ਅੰਪਾਇਰ ਟੁੱਟ ਵੀ ਗਿਆ ਸੀ, ਸਪਲਿੱਟ ਹੋ ਗਿਆ ਸੀ 5 ਹਿੱਸਿਆਂ 'ਚ। ਅਹਿਮਦਨਗਰ, ਬਰਾੜ, ਬਿਦਰ, ਬੀਜਾਪੁਰ ਤੇ ਗੋਲਕੁੰਡਾ, ਉੱਥੋਂ ਦੇ 5 ਵੱਖਰੇ ਵੱਖਰੇ ਇਲਾਕਿਆਂ 'ਚ ਵੱਖਰੇ ਵੱਖਰੇ 5 ਸ਼ਾਹੀ ਵੰਸ਼ ਬਣੇ ਸੀਗੇ। ਕਿਸੇ ਅਦਲ ਸ਼ਾਹੀ ਵੰਸ਼, ਕਿਤੇ ਦੂਸਰਾ ਵੰਸ਼, ਕਿਤੇ ਤੀਸਰਾ ਵੰਸ਼। ਉਹਨਾਂ 'ਚੋਂ ਇੱਕ ਵੰਸ਼ ਸੀਗਾ ਗੋਲਕੁੰਡਾ ਦਾ ਵੰਸ਼। ਕਿੱਥੋਂ ਦਾ? ਗੋਲਕੁੰਡਾ। ਇਹ ਅੱਜ ਦੇ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਇਲਾਕੇ ਦਾ ਹੈ ਗੋਲਕੁੰਡਾ ਜਿਹੜਾ ਹੈ। ਸੋ ਮੇਰੇ ਕਹਿਣ ਦਾ ਮਤਲਬ ਕੀ ਆ, ਮੇਰਾ ਸਮਝਣ ਦਾ ਕਨਸੈਪਟ ਕੀ ਆ, ਕਿ ਉਸ ਟਾਈਮ ਤੱਕ ਸ਼ਾਇਦ ਜਿਹੜੇ ਸਮੇਂ ਅੰਗਰੇਜ਼ ਥੱਲੇ ਪਹੁੰਚੇ ਆ, ਉਸ ਸਮੇਂ ਬਾਹਮਣੀ ਅੰਪਾਇਰ 5 ਹਿੱਸਿਆਂ 'ਚ ਟੁੱਟ ਚੁੱਕਿਆ ਸੀ। ਉਹ ਤਾਂ ਓਬਵੀਅਸ ਜੀ ਗੱਲ ਆ। ਤੇ ਉਹ 5 ਵੰਸ਼ ਕਿਹੜੇ ਸੀਗੇ, ਇਹ ਮੈਂ ਮੈਡੀਵਲ ਹਿਸਟਰੀ 'ਚ ਜਦੋਂ ਪੜ੍ਹਾਊਂਗਾ ਨਾ, ਤਾਂ ਤੁਸੀਂ ਫੱਟ ਦਿਮਾਗ 'ਚ ਰੱਖਣੀ ਹੈ ਗੱਲ ਕਿ ਉਹ ਇਟ ਮੀਨਸ ਇਹ ਜਿਹੜੇ 5 ਵੰਸ਼ ਅਸੀਂ ਪੜ੍ਹਿਆ ਬਾਹਮਣੀ ਦੇ, ਮੈਨੂੰ ਲੱਗਦਾ ਜਦੋਂ ਤੱਕ ਮੈਂ ਮੈਡੀਵਲ ਹਿਸਟਰੀ 'ਚ ਤੁਸੀਂ ਬਾਹਮਣੀ ਤੇ ਵਿਜੇਨਗਰ ਅੰਪਾਇਰ ਪੜ੍ਹਨਾ ਹੈ, ਉਸ ਤੋਂ ਪਹਿਲਾਂ ਆਲਮੋਸਟ ਤੁਹਾਨੂੰ ਸਾਰੀਆਂ ਗੱਲਾਂ ਉਹਨਾਂ ਦੀਆਂ ਪਤਾ ਲੱਗ ਜਾਣੀਆਂ। ਤਾਂ ਇਹਨਾਂ ਨੇ ਗੋਲਕੁੰਡਾ ਦੇ ਰਾਜੇ ਤੋਂ ਫਰਮਾਨ ਲਿਆ, ਤੇ ਉਸ ਤੋਂ ਬਾਅਦ ਇਹਨਾਂ ਨੇ ਉੜੀਸਾ ਵਾਲੇ ਪਾਸੇ ਵੀ ਆਪਣੀਆਂ ਫੈਕਟਰੀਆਂ ਇਸਟੈਬਲਿਸ਼ ਕਰਤੀਆਂ, ਈਸਟ ਵਾਲੇ ਪਾਸੇ। ਫਿਰ ਇਸ ਤੋਂ ਬਾਅਦ ਇੱਕ ਬੜਾ ਖਾਸ ਸ਼ਖਸ ਆ ਬ੍ਰਿਟਿਸ਼ ਵਾਲਿਆਂ ਦਾ, ਬ੍ਰਿਟਿਸ਼ ਗਵਰਨਰ ਕਹਿ ਸਕਦੇ ਆ, ਫਰੈਂਕਿਸ ਡੇ। ਉਹਨੇ 1639 ਦੇ ਵਿੱਚ ਸਾਊਥ ਇੰਡੀਆ 'ਚ ਆ ਜਾਓ, ਬਿਲਕੁਲ ਸਾਊਥ ਇੰਡੀਆ 'ਚ, ਸਾਊਥ ਇੰਡੀਆ 'ਚ ਇੱਥੇ ਇੱਕ ਰਾਜਾ ਸੀਗਾ ਚਾਂਦੀਨਗਰ ਦਾ, ਠੀਕ ਆ, ਚੰਦੀਨਗਰ ਦਾ ਰਾਜਾ, ਚੰਦਰੀਨਗਰ ਨਹੀਂ, ਚੰਦਰਗਿਰੀ ਦੇ ਰਾਜੇ ਤੋਂ ਪਰਮਿਸ਼ਨ ਲਈ ਕਿ ਸਾਨੂੰ ਤੇਰੇ ਇਲਾਕੇ 'ਚ ਮਦਰਾਸ ਨਾਮ ਦੀ ਇੱਕ ਬੰਦਰਗਾਹ ਚਾਹੀਦੀ ਆ। ਪੈਸੇ ਦਿੱਤੇ, ਬੰਦਰਗਾਹ ਖਰੀਦੀ, ਤੇ ਉੱਥੇ ਇੱਕ ਸ਼ਹਿਰ ਵਸਾਇਆ ਮਦਰਾਸ। ਚੰਦਰਗਿਰੀ ਦੇ ਰਾਜੇ ਤੋਂ ਇਹਨਾਂ ਨੇ ਸਮਝੌਤਾ ਕਰਕੇ, ਚੰਦਰਗਿਰੀ ਦੇ ਰਾਜੇ ਤੋਂ ਸਮਝੌਤਾ ਕਰਕੇ ਫਰੈਂਕਿਸ ਡੇ ਨਾਂ ਦੇ ਅੰਗਰੇਜ਼ ਵਪਾਰੀ ਨੇ ਉੱਥੇ ਜਗ੍ਹਾ ਖਰੀਦੀ, ਤੇ ਉੱਥੇ ਫੋਰਟ ਜਾਰਜ, ਮੈਂ ਕਿਹਾ ਨਾ ਕਿ ਅੰਗਰੇਜ਼ ਆਪਣੇ ਕਿਲਿਆਂ ਦੇ ਨਾਮ ਜਾਂ ਤਾਂ ਆਪਣੇ ਪਾਦਰੀਆਂ ਦੇ ਨਾਂ ਤੇ ਬਣਾਉਂਦੇ ਸੀ, ਜਾਂ ਪੁਰਾਣੇ ਸੰਤਾਂ ਦੇ ਨਾਂ ਤੇ ਬਣਾਉਂਦੇ ਸੀ, ਤੇ ਜਾਂ ਆਪਣੇ ਕਿਸੇ ਰਾਜੇ ਦੇ ਨਾਂ ਤੇ। ਪੇਪਰ 'ਚ ਆਊਗਾ ਕਿ ਸੈਂਟ ਜਾਰਜ ਕਿਲਾ ਅੰਗਰੇਜ਼ਾਂ ਦੇ ਕਿਸ ਸ਼ਹਿਰ ਨਾਲ ਸੰਬੰਧਿਤ ਆ, ਤਾਂ ਕਿਹੜੇ ਸ਼ਹਿਰ ਨਾਲ ਆ? ਮਦਰਾਸ ਨਾਲ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅਸੀਂ ਜਦੋਂ ਪੜ੍ਹਦੇ ਆ ਨਾ ਕਿ ਪਟਿਆਲਾ ਮਿਊਨਿਸਪਲ ਕਾਰਪੋਰੇਸ਼ਨ, ਅਸੀਂ ਅਕਸਰ ਇੱਕ ਸ਼ਬਦ ਪੜ੍ਹਦੇ ਹਾਂ ਕਿ ਪਟਿਆਲਾ ਮਿਊਨਿਸਪਲ ਕਾਰਪੋਰੇਸ਼ਨ, ਬਠਿੰਡਾ ਮਿਊਨਿਸਪਲ ਕਾਰਪੋਰੇਸ਼ਨ। ਭਾਰਤ ਵਿੱਚ ਸਭ ਤੋਂ ਪਹਿਲੀ ਕਾਰਪੋਰੇਸ਼ਨ, ਮਿਊਨਿਸਪੈਲਿਟੀ, ਪਹਿਲੀ ਮਿਊਨਿਸਪਲ ਕਾਰਪੋਰੇਸ਼ਨ ਅੰਗਰੇਜ਼ਾਂ ਨੇ 1757 ਵਿੱਚ ਕਿਹੜੀ ਬਣਾਈ ਆ? ਮਦਰਾਸ। ਮਦਰਾਸ ਭਾਰਤ ਦੀ ਪਹਿਲੀ ਮਿਊਨਿਸਪਲ ਕਾਰਪੋਰੇਸ਼ਨ ਆ। ਛੋਟੇ ਛੋਟੇ ਫੈਕਚੁਅਲ ਸਵਾਲ ਆ, ਕਨਸੈਪਚੁਅਲ ਸਵਾਲ ਆ, ਬਹੁਤ ਕੁਝ ਆਉਂਦਾ ਹੈ, ਠੀਕ ਆ। UPSC ਤੋਂ ਲੈ ਕੇ ਛੋਟੇ ਪੇਪਰਾਂ ਤੱਕ ਸਾਨੂੰ ਹਰ ਚੀਜ਼ ਪਤਾ ਹੋਣੀ ਚਾਹੀਦੀ ਆ। ਤੇ ਇਸ ਤੋਂ ਪਹਿਲਾਂ ਅੰਗਰੇਜ਼ਾਂ ਦਾ ਸਾਊਥ ਇੰਡੀਆ ਦੇ ਵਿੱਚ ਆਲਰੇਡੀ ਅੰਗਰੇਜ਼ ਮਸੂਲੀਪਤਨਮ 'ਚ ਆਪਣੀ ਫੈਕਟਰੀ ਲਾ ਚੁੱਕੇ ਸੀ। ਇਹ ਵੀ ਮੈਂ ਤੁਹਾਨੂੰ ਪੜ੍ਹਾ ਚੁੱਕਿਆ ਕਿ ਉਹਨਾਂ ਨੇ ਆਪਣੀ ਪਹਿਲੀ ਸਾਊਥ ਦੀ ਪਹਿਲੀ ਫੈਕਟਰੀ ਕਿੱਥੇ ਲਾਈ ਹੈ? ਮਸੂਲੀਪਤਨਮ 'ਚ। ਫਿਰ ਉਸ ਤੋਂ ਬਾਅਦ ਉਹ ਮਸੂਲੀਪਤਨਮ ਨੂੰ ਰਿਪਲੇਸ ਕਰਕੇ ਕਿੱਥੇ ਪਹੁੰਚ ਜਾਂਦੇ ਆ? ਮਦਰਾਸ। ਤਾਂ ਮਦਰਾਸ ਨੂੰ ਉਹ ਬਹੁਤ ਵੱਡੇ ਸ਼ਹਿਰ ਦੇ ਤੌਰ ਤੇ ਡਿਵੈਲਪ ਕਰਦੇ ਆ, ਠੀਕ ਹੈ। ਸੋ ਨੈਕਸਟ ਉਸ ਤੋਂ ਬਾਅਦ ਅੱਗੇ ਆ ਜਾਓ ਜੀ। ਕਹਿੰਦੇ ਜੀ ਹੁਣ ਦੇਖੋ ਇਸ ਤੋਂ ਅੱਗੇ ਉਹ ਹੋਰ ਕੀ ਕਰਨਗੇ। ਕਹਿੰਦੇ ਇਸ ਤੋਂ ਬਾਅਦ ਉਹ ਕੀ ਕਰਦੇ ਆ, ਬੰਗਾਲ ਦਾ ਜਿਹੜਾ ਸੂਬੇਦਾਰ ਸੀਗਾ ਸ਼ਾਹ ਸੂਜਾ 1651। ਪਹਿਲਾਂ ਥੋੜੀ ਟਾਈਮ ਲਾਈਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਇਹ ਗੱਲ ਸਮਝੀਏ। ਹੁਣ ਤੁਸੀਂ ਇੱਕ ਗੱਲ ਦੱਸੋ, ਇਸ ਟਾਈਮ ਪੰਜਾਬ ਦਾ ਰਾਜਾ ਕੌਣ ਆ? ਭਗਵੰਤ ਮਾਨ, ਠੀਕ ਆ। ਤੇ ਦਿੱਲੀ ਦਾ ਰਾਜਾ ਕੌਣ ਆ? ਕੇਜਰੀਵਾਲ, ਠੀਕ ਆ। ਹਰਿਆਣੇ ਦਾ ਮਨੋਹਰ ਲਾਲ ਖੱਟਰ,
ਤੇ ਵੈਸਟ ਬੰਗਾਲ ਦਾ ਮਮਤਾ ਬੈਨਰਜੀ। ਤੁਹਾਨੂੰ ਲੱਗਦਾ ਕਿ ਜੇ ਮੈਂ ਇਹ ਕਹਾਂ ਕਿ ਮਨੋਹਰ ਲਾਲ ਖੱਟਰ ਨੂੰ ਕਿ ਮੋਦੀ ਜੀ ਨੂੰ ਕਹਿ ਕੇ ਕਹੋਗੇ ਜੀ ਜਨਾਬ ਜੀ ਹਜ਼ੂਰ, ਉਹ ਕਹਿਣਗੇ ਜੀ ਜਨਾਬ ਜੀ ਹਜ਼ੂਰ, ਬਿਕੋਜ਼ ਬਹੁਤ ਇੱਜ਼ਤ ਵੀ ਕਰਦੇ ਆ। ਤੇ ਮੈਂ ਇਹ ਕਹਿ ਸਕਦਾ ਕਿ ਪੁਰਾਣੇ ਸਮਿਆਂ ਦੇ ਨਾਲ ਕਿ ਜੀ ਹਰਿਆਣੇ ਦਾ ਗਵਰਨਰ ਦਿੱਲੀ ਦੇ ਰਾਜੇ ਸੁਲਤਾਨ ਦੀ ਕਾਫੀ ਇੱਜ਼ਤ ਕਰਦਾ ਹੈ। ਜੇ ਮੈਂ ਕਹਾਂ ਕਿ ਭਗਵੰਤ ਮਾਨ ਨੂੰ ਕਹਿ ਕਿ ਇਹ ਜੀ ਜਨਾਬ ਜੀ ਹਜ਼ੂਰ ਕਵੇ, ਉਹ ਕਹੂਗਾ ਨਹੀਂ ਮੈਂ ਇਹਨੂੰ ਸੁਲਤਾਨ ਕਹੂੰਗਾ ਬਿਕੋਜ਼ ਜੋ ਪ੍ਰੋਟੋਕੋਲਸ ਨੇ, ਪਰ ਮੈਂ ਐਡੀ ਇੱਜ਼ਤ ਵਾਲੀ ਗੱਲ ਨਹੀਂ। ਹਾਂ ਜੋ ਹਾਇਰਾਰਕੀ 'ਚ ਮੇਰੇ ਤੋਂ ਉੱਤੇ ਆ ਮੈਂ ਉਹਨਾਂ ਕੀ ਕਹੂੰਗਾ, ਠੀਕ ਆ, ਪਰ ਇਹ ਵੀ ਨਹੀਂ ਕਿ ਉਹਨੂੰ ਖਾਰਜ ਵੀ ਨਹੀਂ ਕਰਦਾ। ਪਰ ਜੇ ਮੈਂ ਕਹਾਂ ਵੈਸਟ ਬੰਗਾਲ ਦੀ ਮੁੱਖ ਮੰਤਰੀ ਨੂੰ ਕਹੋ ਕਿ ਉਹ ਜਾ ਕੇ ਮੋਦੀ ਜੀ ਨੂੰ ਕਵੇ ਜੀ ਜਨਾਬ ਜੀ ਹਜ਼ੂਰ, ਤਾਂ ਉਹ ਗਲ ਪੈਣ ਨੂੰ ਕਹੂਗੀ, ਬਿਕੋਜ਼ ਆਪਸ 'ਚ ਰਿਲੇਸ਼ਨ ਬੜੇ ਖਰਾਬ ਆ। ਕੀ ਤੁਸੀਂ ਇਹ ਗੱਲ ਮੰਨਦੇ ਹੋ ਕਿ ਦਿੱਲੀ ਦਾ ਜਿਹੜਾ ਸੁਲਤਾਨ ਹੋਊਗਾ ਉਸ ਸਮੇਂ ਦਾ, ਸ਼ਾਹਜਹਾਨ, ਜਦੋਂ ਦੀ ਇਹ ਗੱਲ ਆ ਬੜੀ ਵਾਰੀ ਰਟਾਤਾ ਮੈਂ ਕਿ 1628 ਤੋਂ ਲੈ ਕੇ 1656 ਤੱਕ ਦੇਸ਼ ਦਾ ਰਾਜਾ ਕੌਣ ਰਿਹਾ ਹੈ? ਸ਼ਾਹਜਹਾਨ। ਕੀ ਤੁਹਾਨੂੰ ਲੱਗਦਾ ਕਿ ਦਿੱਲੀ ਦੇ ਰਾਜੇ ਸ਼ਾਹਜਹਾਨ ਨਾਲ ਜਿਹੜੇ ਉਹਦੇ ਲੋਕਲ ਗਵਰਨਰ ਸੀ, ਬੰਗਾਲ ਦਾ ਗਵਰਨਰ, ਪੰਜਾਬ ਦਾ ਗਵਰਨਰ, ਇਹਨਾਂ ਦੇ ਸੰਬੰਧ ਬਹੁਤ ਆਸਾਨ ਹੋਣਗੇ? ਆਲਦੋ ਇਹ ਗਵਰਨਰ ਤੁਸੀਂ ਹੀ ਲਾ ਕੇ ਉੱਥੇ ਭੇਜੇ ਆ, ਪਰ ਇਹਦਾ ਮਤਲਬ ਇਹ ਆ ਕਿ ਕਈ ਗਵਰਨਰ ਜਿਹੜੇ ਆ ਉਹ ਪੈਰ ਛੱਡ ਜਾਂਦੇ ਆ। ਤਾਂ ਜਿਹੜਾ ਸੂਜਾ ਗਵਰਨਰ ਸੀਗਾ ਇਹ ਥੋੜਾ ਜਿਹਾ ਆਪਣੇ ਆਪ 'ਚ ਨਾ ਰਾਜੇ ਨੂੰ ਅੱਖਾਂ ਕੱਢ ਜਾਂਦਾ ਸੀਗਾ ਕਿ ਨਹੀਂ ਤਾਂ ਮੈਂ ਬਗਾਵਤ ਕਰੂੰਗਾ, ਪੰਗਾ ਨਾ ਹੀ ਲੈ ਮੇਰੇ ਨਾਲ, ਠੀਕ ਆ। ਨਾਲੇ ਬੰਗਾਲ ਦੇ ਗਵਰਨਰ ਦਾ ਅੱਖਾਂ ਕੱਢਣੀਆਂ ਜਾਇਜ਼ ਵੀ ਸੀ। ਉਹਨੂੰ ਪਤਾ ਸੀ ਕਿ ਜੇ ਮੈਨੂੰ ਆ ਕੇ ਦਿੱਲੀ ਦਾ ਰਾਜਾ ਤੰਗ ਵੀ ਕਰੂਗਾ, ਬੰਗਾਲ ਦੇ ਨਾਲ ਹੀ ਤਾਂ ਅਸਾਮ ਸੀਗਾ, ਅਸਾਮ ਉਦੋਂ ਭਾਰਤ ਦਾ ਹਿੱਸਾ ਨਹੀਂ ਸੀ ਹੁੰਦਾ, ਉਹ ਵੱਖਰਾ ਦੇਸ਼ ਸੀ। ਤੇ ਰਾਜੇ ਨੂੰ ਲੱਗਦਾ ਸੀ ਕਿ ਜੇ ਮੈਂ ਬੰਗਾਲ ਤੇ ਹਮਲਾ ਕੀਤਾ ਬੰਗਾਲ ਦੇ ਗਵਰਨਰ ਨੂੰ ਹਟਾਉਣ ਵਾਸਤੇ, ਤਾਂ ਕੀ ਪਤਾ ਇਹ ਅਸਾਮ ਦੇ ਰਾਜੇ ਨਾਲ ਮਿਲ ਕੇ ਮੇਰੇ ਤੇ ਨਾ ਮੈਡਲ ਪਾ ਦੇਣ। ਤਾਂ ਇਹੋ ਜਿਹੀਆਂ ਹਾਲਾਤਾਂ ਕਰਕੇ ਜ਼ਰੂਰੀ ਨਹੀਂ ਕਿ ਦਿੱਲੀ ਦਾ ਸ਼ਾਸਕ ਜਿਹੜਾ ਹੈ ਉਹ ਸਾਰੇ ਗਵਰਨਰਾਂ ਨੂੰ ਅੱਖਾਂ ਕੱਢਦਾ ਹੋਊਗਾ ਤੇ ਉਹ ਡਰ ਜਾਂਦੇ ਹੋਣਗੇ। ਤਾਂ ਸ਼ਾਇਦ ਕਈ ਜਗ੍ਹਾ ਤੇ ਗਵਰਨਰਾਂ ਦੀ ਆਪਣੀ ਵੀ ਬਹੁਤ ਚੱਲਦੀ ਸੀ। ਉਹਨਾਂ 'ਚੋਂ ਇੱਕ ਗਵਰਨਰ ਸੀਗਾ ਸ਼ਾਹ ਸ਼ੁਜਾ, ਉਹ ਬੰਗਾਲ ਦਾ ਗਵਰਨਰ ਸੀ ਤੇ ਅੰਗਰੇਜ਼ਾਂ ਨੂੰ ਪਤਾ ਸੀਗਾ ਕਿ ਇੱਥੇ ਰਾਜੇ ਦੀ ਪਰਮਿਸ਼ਨ ਨਾਲ ਕੁਝ ਨਹੀਂ ਹੋਣਾ, ਇਹ ਇੱਥੋਂ ਦੇ ਗਵਰਨਰ ਜਾਂ ਸੂਬੇਦਾਰ ਦੀ ਪਰਮਿਸ਼ਨ ਨਾਲ ਹੀ ਹੋ ਜਾਣਾ ਹੈ। ਉਹਦੇ ਨਾਲ ਲੈਣ ਦੇਣ ਕਰਕੇ ਇਹਨਾਂ ਨੇ ਬੰਗਾਲ ਦੇ 3 ਸ਼ਹਿਰ ਸੀ, ਕਾਸਿਮ ਬਾਜ਼ਾਰ, ਪਟਨਾ ਤੇ ਰਾਜ ਮਹਿਲ, ਇੱਥੇ ਵੀ ਫੈਕਟਰੀਆਂ ਲਾਉਣ ਦੀ ਪਰਮਿਸ਼ਨ ਲੈ ਲਈ। ਤੁਸੀਂ ਇਹ ਨਾ ਸੋਚਿਓ ਕਿ ਭਾਰਤ 'ਚ ਪਰਮਿਸ਼ਨ ਲੈਣੀ ਹੈ ਕਿਸੇ ਇਲਾਕੇ 'ਚ ਤੇ ਪਰਮਿਸ਼ਨ ਉੱਥੋਂ ਦੇ ਸੂਬੇਦਾਰ ਤੋਂ ਕਿਉਂ, ਦਿੱਲੀ ਦੇ ਰਾਜੇ ਤੋਂ ਕਿਉਂ ਨਹੀਂ। ਮੈਂ ਉਹ ਸਰਕਮਸਟੈਂਸਿਸ ਵੀ ਕਲੀਅਰ ਕਰਕੇ ਦਿੱਤੇ ਆ ਤੁਹਾਨੂੰ ਤਾਂ ਕਿ ਤੁਹਾਡੇ ਦਿਮਾਗ 'ਚ ਕੋਈ ਗੱਲ ਰਹਿ ਨਾ ਜਾਵੇ। ਹਾਂਜੀ ਖੈਰ ਆ ਜਾਓ, ਇਹ ਉਹੀ ਸਮਾਂ ਆ ਗਿਆ ਹੁਣ 1660 ਦਾ। ਯਾਦ ਆ ਕੱਲ੍ਹ ਵਾਲਾ ਲੈਕਚਰ ਕਿ ਇਹਨਾਂ ਸਮਿਆਂ 'ਚ ਯੂਰਪ ਦੇ ਵਿੱਚ ਪੁਰਤਗਾਲ ਤੇ ਇੰਗਲੈਂਡ ਆਪਸ 'ਚ ਲੜਾਈ 'ਚ ਸੀਗੇ। ਪੁਰਤਗਾਲ ਕਾਫੀ ਜਗ੍ਹਾ ਤੋਂ ਚੋਟ ਪਹੁੰਚੀ ਉਹਨੂੰ। ਪੁਰਤਗਾਲ ਨੂੰ ਫਿਰ ਮੈਟਰੀਮੋਨੀਅਲ ਰਿਲੇਸ਼ਨਸ ਦੇ ਅਕੋਰਡਿੰਗ ਆਪਣੀ ਕੁੜੀ ਦਾ ਵਿਆਹ ਕਿਹਦੇ ਨਾਲ ਕਰਨਾ ਪਿਆ? ਇੰਗਲੈਂਡ ਦੇ ਰਾਜੇ ਚਾਰਲਸ ਨਾਲ। ਤੇ ਦਾਜ 'ਚ ਕੀ ਦਿੱਤਾ ਉਹਨਾਂ ਨੇ? ਆਪਣਾ ਇੰਡੀਆ ਦਾ ਇੱਕ ਪੂਰੇ ਦਾ ਪੂਰਾ ਸ਼ਹਿਰ ਜਿਹੜਾ ਬੈਸੀਨ ਨਾਮ ਦੇ ਆਈਲੈਂਡ ਤੇ ਸੀਗਾ, ਸ਼ਹਿਰ ਦਾ ਨਾਮ ਕੀ ਸੀਗਾ? ਬੰਬੇ। ਤਾਂ ਫਿਰ ਇੰਗਲੈਂਡ ਦਾ ਰਾਜਾ ਉਸ ਟਾਈਮ ਬੰਬੇ ਨਾਮ ਦੇ ਸ਼ਹਿਰ 'ਚ ਇੰਟਰਸਟਿਡ ਹੀ ਨਹੀਂ ਸੀਗਾ। ਫਿਰ ਉਹਨੂੰ ਪਤਾ ਸੀ ਕਿ ਸਾਡੀ ਇੱਕ ਪ੍ਰਾਈਵੇਟ ਕੰਪਨੀ ਈਸਟ ਇੰਡੀਆ ਕੰਪਨੀ ਗਈ ਹੋਈ ਆ ਇੰਡੀਆ, ਉਹਨਾਂ ਨੂੰ ਇਸ ਸ਼ਹਿਰ ਦਾ ਕੋਈ ਫਾਇਦਾ ਹੋ ਸਕਦਾ ਹੈ। ਤਾਂ ਰਾਜੇ ਨੇ, ਜਿਹੜਾ ਇੰਗਲੈਂਡ ਦਾ ਰਾਜਾ ਸੀ, ਕਿਉਂਕਿ ਕੰਪਨੀ ਕਿਹੜਾ ਉਹਦੀ ਸੀ, ਪ੍ਰਾਈਵੇਟ ਕੰਪਨੀ ਸੀ, ਥੋੜ੍ਹੀ ਬਹੁਤੀ ਉਹਨੇ ਹਿੱਸੇਦਾਰੀ ਪਾਈ ਤੇ ਆਪਣਾ ਜਿਹੜਾ ਸ਼ਹਿਰ ਸੀ ਬੰਬੇ ਉਹ ਅੱਗੇ ਕਿਹਨੂੰ ਠੇਕੇ ਤੇ ਦੇਤਾ ਜਾਂ ਕਿਹਨੂੰ ਲੀਜ਼ ਤੇ ਦੇਤਾ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ। ਇਸ ਤਰੀਕੇ ਨਾਲ ਬੰਬੇ ਸ਼ਹਿਰ ਜਿਹੜਾ ਘੁੰਮਦਾ ਘਮਾਉਂਦਾ ਪੁਰਤਗਾਲੀਆਂ ਤੋਂ ਕਿਹਨਾਂ ਕੋਲ ਪਹੁੰਚ ਗਿਆ? ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕੋਲ। ਤਾਂ ਉਹ ਉਹਨਾਂ ਨੂੰ ਐਨੂਅਲ ਪੇਮੈਂਟ ਇਹ ਰਾਜੇ ਨੇ ਇਹਨਾਂ ਨੂੰ ਪੇਮੈਂਟ ਤੇ ਕਿਉਂ ਦਿੱਤਾ? ਸਟੋਰੀ ਸਮਝ ਆ ਗਈ ਨਾ, ਸਾਰਾ ਕਨਸੈਪਟ ਕਲੀਅਰ ਹੋ ਗਿਆ। ਨੈਕਸਟ ਹੁਣ ਆ ਜਾਓ, ਕਹਿੰਦੇ ਜੀ ਹੁਣ ਇੱਕ ਗੱਲ ਤਾਂ ਬੜੀ ਕਲੀਅਰ ਆ ਕਿ ਹੁਣ ਜਿਹੜੀ ਵੈਸਟਰਨ ਵਾਲਾ ਪੋਰਸ਼ਨ ਆ ਨਾ, ਵੈਸਟ ਵਾਲੀ ਬੰਦਰਗਾਹ, ਇਹ ਸੂਰਤ ਤੋਂ ਸ਼ਿਫਟ ਹੋ ਕੇ ਬੰਬੇ ਆ ਗਈ। ਇੱਥੇ ਇਹ ਮਛਲੀਪਤਨਮ ਤੋਂ ਸ਼ਿਫਟ ਹੋ ਕੇ ਮਦਰਾਸ ਚਲੇ ਗਏ। ਈਸਟ ਵਾਲੇ ਪਾਸੇ ਹਜੇ ਵੀ ਇਹ ਥੋੜੇ ਜਿਹੇ ਕਨਫਿਊਜ਼ ਨੇ ਕਿ ਕੀ ਕਰੀਏ। ਈਸਟ ਵਾਲੇ ਪਾਸੇ ਹਜੇ ਵੀ ਕਨਫਿਊਜ਼ ਨੇ ਪੂਰਬ ਵਾਲੇ ਪਾਸੇ। ਫਿਰ ਇਹਨਾਂ ਨੇ ਕੀ ਕੀਤਾ? ਈਸਟ ਵਾਲੇ ਪਾਸੇ ਕੀ ਕੀਤਾ? ਗੋਬਿੰਦਪੁਰ, ਕੈਲੀਕਟਾ ਤੇ 2-3 ਪਿੰਡ ਸੀਗੇ, ਉਹਨਾਂ ਪਿੰਡਾਂ ਦੀ ਜ਼ਮੀਨ ਸੂਬੇਦਾਰ ਆਫ ਬੰਗਾਲ ਤੋਂ ਲਈ। ਫਿਰ ਉੱਥੇ ਆਪਣਾ ਹੀ ਇੱਕ ਸ਼ਹਿਰ ਵਸਾਇਆ ਤੇ ਜਿਸ ਸ਼ਹਿਰ ਨੂੰ ਇਹਨਾਂ ਨੇ ਕੀ ਨਾਮ ਦਿੱਤਾ? ਕਲਕੱਤਾ ਸ਼ਹਿਰ ਇਹਨਾਂ ਨੇ ਵਸਾਇਆ। ਤਾਂ 1690 ਦੇ ਰਾਊਂਡ ਜਾਂ 95 ਦੇ ਰਾਊਂਡ, 1695 ਦੇ ਰਾਊਂਡ ਉਹ ਵੀ ਸ਼ਹਿਰ ਵਸਾ ਲਿਆ। 1639 'ਚ ਇਹਨਾਂ ਨੇ ਚਾਂਦੀ ਨਗਰ ਦੇ ਰੂਲਰ ਤੋਂ ਕਿਹੜਾ ਸ਼ਹਿਰ ਚੱਕਿਆ ਸੀਗਾ? ਮਦਰਾਸ। ਤੇ 1664 'ਚ ਰਾਜੇ ਦੇ ਨੂੰ ਦਾਸ 'ਚ ਤੇ 1668 'ਚ 1668 'ਚ ਪ੍ਰੋਪਰਲੀ ਈਸਟ ਇੰਡੀਆ ਕੰਪਨੀ ਕੋਲ ਕਿਹੜਾ ਸ਼ਹਿਰ ਆ ਗਿਆ? ਬੰਬੇ। ਤੇ 1690 ਤੋਂ ਲੈ ਕੇ 95 ਦੇ ਵਿੱਚ ਇਹਨਾਂ ਨੇ ਤੀਸਰਾ ਸ਼ਹਿਰ ਵੀ ਆਪਣੇ ਅੰਡਰ 3 ਪਿੰਡਾਂ ਦੀ ਜ਼ਮੀਨ ਲੈ ਕੇ ਬਣਾ ਲਿਆ, ਕਿਹੜਾ? ਕਲਕੱਤਾ। ਤੁਹਾਨੂੰ ਲੱਗਦਾ ਕਿ ਅੱਜ ਦੇ ਜਿਹੜੇ 3 ਸ਼ਹਿਰ ਆ ਜਿੱਥੇ ਅਸੀਂ ਅੱਜ 3 ਸ਼ਹਿਰਾਂ ਦੀ ਅਸੀਂ ਗੱਲ ਕਰਦੇ ਹਾਂ, ਇਹ ਤਿੰਨੇ ਸ਼ਹਿਰ ਅੰਗਰੇਜ਼ਾਂ ਦੇ ਵਸਾਏ ਹੋਏ ਆ, ਬ੍ਰਿਟਿਸ਼ ਵਾਲਿਆਂ ਦੇ। ਤੇ ਇਹ ਇਹਨਾਂ ਨੇ 1700 ਤੋਂ ਪਹਿਲਾਂ ਹੀ ਸੈੱਟ ਕਰ ਲਏ ਸੀ।
ਜਿਹੜੀ ਕੰਪਨੀ ਨੇ 1700 ਤੋਂ ਪਹਿਲਾਂ ਆਪਣੇ 3 ਸੈਂਟਰ ਮੇਨ ਸੈਂਟਰ ਸੈੱਟ ਕਰ ਲਏ ਹੋਣ, ਕੈਨ ਯੂ ਇਮੇਜਿਨ ਕਿ ਉਹਨਾਂ ਦਾ ਕਿੰਨਾ ਤਗੜਾ ਅੰਪਾਇਰ ਹੋ ਗਿਆ ਹੋਊਗਾ। ਠੀਕ ਆ, ਸੋ ਇਹਨਾਂ ਨੇ ਬ੍ਰਿਟਿਸ਼ ਜਿਹੜੇ ਕੰਪਨੀ ਸੀਗੇ ਇਹਨਾਂ ਨੇ ਬਾਅਦ ਚ ਹੁਗਲੀ ਹੋਰ ਵੀ ਕਈ ਜਿਹੜੇ ਸੀਗੇ ਉਹਨਾਂ ਨੂੰ ਕਵਰ ਕਰਿਆ। ਠੀਕ ਆ, ਸੋ ਆਹ ਸਾਰੀ ਦੀ ਸਾਰੀ ਸਟੋਰੀ ਜਿਹੜੀ ਹੈ ਜੀ ਉਹ ਮੈਂ ਤੁਹਾਨੂੰ ਸੁਣਾਤੀ। ਨੈਕਸਟ ਇਸ ਤੋਂ ਬਾਅਦ ਅੱਗੇ ਆ ਜਾਓ। ਠੀਕ ਆ, ਇੱਕ ਸ਼ਹਿਰ ਸੀਗਾ ਹੁਗਲੀ, ਆਹ ਬੜਾ ਇੰਪੋਰਟੈਂਟ ਆ, ਜਿਹੜਾ ਕਿ ਕਲਕੱਤੇ ਦੇ ਬਿਲਕੁਲ ਨੇੜੇ ਆ। ਹੁਗਲੀ ਨਦੀ ਜਦੋਂ ਗੰਗਾ ਜਿਹੜੀ ਹੈ ਨਾ, ਜਦੋਂ ਗੰਗਾ ਅੱਗੇ ਜਾ ਕੇ ਇੱਕ ਹਿੱਸਾ ਗੰਗਾ ਦਾ ਪਦਮਾ ਬਣ ਜਾਂਦਾ ਹੈ, ਇੱਕ ਹੁਗਲੀ ਨਦੀ ਬਣ ਕੇ ਥੱਲੇ ਆ ਜਾਂਦਾ ਹੈ। ਬੰਗਾਲ ਦੀ ਗੱਲ ਦੱਸ ਰਿਹਾ। ਹੁਗਲੀ ਸ਼ਹਿਰ ਜਿਹੜਾ ਸੀਗਾ ਉੱਥੇ ਬਹੁਤ ਸਾਰੇ ਪਾਇਰੇਟਸ ਇਲੀਗਲ ਕੰਮ ਹੁੰਦੇ ਸੀ, ਤਾਂ ਇਹਨਾਂ ਨੂੰ ਹਮੇਸ਼ਾ ਡਰ ਸੀਗਾ ਬਿਕੋਜ਼ ਉਹ ਨਾ ਹੁਗਲੀ ਜਿਹੜਾ ਸੀ ਪੁਰਾਣੇ ਟਾਈਮਾਂ ਤੋਂ ਹੀ ਪੁਰਤਗਾਲੀਆਂ ਦੇ ਕਬਜ਼ੇ 'ਚ ਸੀਗਾ। ਅੰਗਰੇਜ਼ ਵੀ ਹੁਗਲੀ ਨੂੰ ਲੈ ਕੇ ਬਹੁਤੇ ਨਰਵਸ ਸੀਗੇ ਕਿ ਬਈ ਇੱਥੇ ਨਹੀਂ ਆਪਾਂ ਆਪਣਾ ਸੈਟਲਮੈਂਟ ਕਰਨੀ, ਇੱਥੇ ਚੋਰ ਚਕੱਚੇ ਜੇ ਬਹੁਤ ਆ। ਠੀਕ ਆ, ਤਾਂ ਜਿਹੜੇ ਸਮੁੰਦਰੀ ਲੁਟੇਰੇ ਆ ਉਹ ਵੀ ਇੱਥੇ ਕਾਫੀ ਹਮਲਾ ਕਰ ਸਕਦੇ ਆ। ਉਹਨਾਂ ਨੇ ਆਪਣੇ ਵਾਸਤੇ ਸੇਫ ਜਿਹਾ ਸ਼ਹਿਰ ਬਣਾਉਣਾ ਸੀ। ਹੁਗਲੀ ਜਿਹੜਾ ਸੀਗਾ, ਹੁਗਲੀ ਨੂੰ ਲੈ ਕੇ ਤਾਂ ਰੌਲਾ ਵੀ ਚੱਲਦਾ ਰਹਿੰਦਾ ਸੀ। ਹੁਗਲੀ ਕਈ ਵਾਰੀ ਅੰਗਰੇਜ਼ਾਂ ਨੇ ਮੁਗਲਾਂ ਤੋਂ ਤੇ ਮੁਗਲਾਂ ਨੇ ਅੰਗਰੇਜ਼ਾਂ ਤੋਂ ਖੋਲਿਆ, ਤੇ 1686 ਚ ਹੁਗਲੀ ਨੂੰ ਮੁਗਲਾਂ ਨੇ 1686 ਚ ਫਿਰ ਖੋ ਕੇ ਲੈ ਗਏ। 1698 ਚ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਗਲੀ ਸਾਡੇ ਕੋਲ ਕਈ ਵਾਰੀ ਲੁੱਟਿਆ ਗਿਆ ਹੈ, ਕਈ ਵਾਰੀ ਖੋਇਆ ਗਿਆ ਹੈ, ਅਸੀਂ ਮੁਗਲਾਂ ਤੋਂ ਖੋਇਆ ਸੀ, ਉਹ ਸਾਡੇ ਤੋਂ ਫਿਰ ਖੋ ਕੇ ਲੈ ਗਏ। ਹੁਗਲੀ ਨੂੰ ਲੈ ਕੇ ਤਾਂ ਉਹਨਾਂ ਦੀ ਅਣਖ ਦਾ ਸਵਾਲ ਆ, ਉਹ ਸਾਡੇ ਕੋਲ ਕਦੇ ਵੀ ਹੁਗਲੀ ਸਟੇਬਲ ਨਹੀਂ ਰਹਿਣ ਦੇਣਗੇ। ਅਸੀਂ ਇੱਦਾਂ ਕਰਦੇ ਹਾਂ, ਉਹਨਾਂ ਦੀ ਪਰਮਿਸ਼ਨ ਲੈ ਕੇ ਹੀ ਪਿੰਡ ਜਿਹਾ ਵਸਾ ਲੈਂਦੇ ਹਾਂ, ਆਪਣੇ ਕਿਲੇਬੰਦੀ ਉੱਥੇ ਹੀ ਕਰਾਂਗੇ। ਫਿਰ ਉਹਨਾਂ ਨੇ 3 ਪਿੰਡਾਂ ਦੀ ਜ਼ਮੀਨ, ਇੱਕ ਦਾ ਨਾਮ ਸੀ ਸਤੁੰਨਤੀ, ਇੱਕ ਗੋਬਿੰਦਪੁਰਾ ਤੇ ਇੱਕ ਕਾਲੀਕੱਤਾ, ਕਾਲੀ ਘਾਟ ਕਹਿ ਦਿੰਦੇ ਸੀ। ਇਹ 3 ਪਿੰਡਾਂ ਦੀ ਜ਼ਮੀਨ ਜੋ ਵੀ ਉਸ ਟਾਈਮ ਦੇ 1200 ਰੁਪਏ ਹੋਣਗੇ ਉਹ ਦਿੱਤੇ। ਉੱਥੇ ਫਿਰ ਉਹਨਾਂ ਨੇ ਇੱਕ ਕਿਲੇਬੰਦੀ ਕੀਤੀ। ਪੇਪਰ 'ਚ ਆਉਂਦਾ ਹੁੰਦਾ ਕਿ ਜਿਹੜਾ ਕਿਲਾ ਇਹਨਾਂ ਨੇ ਕਲਕੱਤੇ ਬਣਾਇਆ ਉਸ ਕਿਲੇ ਦਾ ਨਾਮ ਕੀ ਆ? ਫੋਰਟ ਵਿਲੀਅਮ। ਸਭ ਤੋਂ ਮਸ਼ਹੂਰ ਕਿਲਾ ਇਹਨਾਂ ਦਾ ਫੋਰਟ ਵਿਲੀਅਮ, ਸਭ ਤੋਂ ਮਸ਼ਹੂਰ ਕਿਲਾ ਬਿਕੋਜ਼ ਉਹ ਕਿਲਾ ਹੀ ਬਹੁਤ ਵੱਡਾ ਹੈ। ਉਸ ਕਿਲੇ ਦੇ ਅੰਦਰ ਹੀ ਇੱਕ ਸ਼ਹਿਰ ਵਸਾਤਾ ਸੀ ਇਹਨਾਂ ਨੇ, ਕਲਕੱਤਾ। ਠੀਕ ਆ, ਸੋ ਇਹ ਕਿਲਾ 1690 ਦੇ ਅਰਾਊਂਡ ਬਣਿਆ ਸੀਗਾ। ਤੇ ਯਾਦ ਰੱਖਿਓ, ਇਸ ਕਿਲੇ ਦੇ, ਇਸ ਸ਼ਹਿਰ ਦੇ ਪਹਿਲੇ ਪ੍ਰੈਜ਼ੀਡੈਂਟ ਬਣੇ ਸੀ ਸਰ ਚਾਰਲਸ ਆਇਰ। ਇਹ ਬਹੁਤ ਇੰਪੋਰਟੈਂਟ ਫੈਕਟ ਆ, ਚਾਹੇ ਛੋਟਾ ਹੈ ਚਾਹੇ ਵੱਡਾ ਹੈ। ਸਰ ਚਾਰਲਸ ਆਇਰ ਕਲਕੱਤੇ ਦੇ ਪਹਿਲੇ ਉਹ ਬਣੇ ਸੀਗੇ ਪ੍ਰੈਜ਼ੀਡੈਂਟ, ਪਹਿਲੇ ਪ੍ਰਧਾਨ ਬਣੇ ਸੀ। ਹੁਗਲੀ ਜਿਹੜਾ ਸੀ ਉਹ ਵਾਰ-ਵਾਰ ਇਹਨਾਂ ਤੋਂ ਖੋਇਆ ਜਾ ਰਿਹਾ ਸੀ, ਇਸ ਚੱਕਰ 'ਚ ਇਹਨਾਂ ਨੂੰ ਆਹ ਕੰਮ ਕਰਨਾ ਪਿਆ। ਇਸ ਤਰੀਕੇ ਨਾਲ ਅੰਗਰੇਜ਼ ਜਿਹੜੇ ਆ ਉਹ ਇੱਥੇ ਆਏ। ਹੁਣ ਅੱਗੇ ਆ ਜਾਓ, ਇੱਥੋਂ ਤੱਕ ਸਟੋਰੀ ਸਮਝ ਆ ਗਈ। ਹੁਣ ਰੌਲਾ ਪੈ ਗਿਆ, ਤੁਹਾਨੂੰ ਮੈਂ ਦੱਸਿਆ ਹੈ ਕਿ ਪਹਿਲਾ ਮੁਗਲ ਰਾਜਾ ਬਾਬਰ ਸੀ 1526 ਤੋਂ 30, ਦੂਜਾ ਹਮਾਯੂ 1530 ਤੋਂ 40 ਤੇ 55 ਤੋਂ 56 ਇੱਕ ਸਾਲ ਫਿਰ ਅਕਬਰ 1556 ਤੋਂ ਲੈ ਕੇ 1604, ਫਿਰ ਜਹਾਂਗੀਰ 1604 ਤੋਂ 1628, ਫਿਰ ਸ਼ਾਹਜਹਾਨ 1628 ਤੋਂ 1656 ਤੇ 1656 ਤੋਂ ਲੈ ਕੇ 1707 ਤੱਕ ਔਰੰਗਜ਼ੇਬ ਦੇ ਵੇਲੇ ਇਹ ਪੂਰਾ ਮੇਲਾ ਲੁੱਟ ਗਏ। ਉਹਦੀ ਵਜ੍ਹਾ ਸੀ ਇਹ ਸੀ ਕਲਕੱਤੇ ਵੱਲ 1660 ਤੋਂ ਲੈ ਕੇ 1707 ਤੱਕ ਇਹ ਸੀ ਕਲਕੱਤੇ ਵਾਲੇ ਪਾਸੇ। ਔਰੰਗਜ਼ੇਬ ਨੇ ਸਾਰੇ ਦਾ ਸਾਰਾ ਜ਼ੋਰ ਹੀ ਪਤਾ ਕਿੱਥੇ ਲਾਤਾ? ਸਾਊਥ ਇੰਡੀਆ 'ਚ ਮਰਾਠਿਆਂ ਨੂੰ ਦਬਾਉਣ ਕਰਕੇ। ਮਰਾਠਿਆਂ ਨੂੰ ਦਬਾਉਣ ਕਰਕੇ ਇਹੀ ਗੜਬੜ ਸੀਗੀ ਕਿ ਔਰੰਗਜ਼ੇਬ ਦੇ ਵੇਲੇ ਗੁਰੂ ਗੋਬਿੰਦ ਸਿੰਘ ਜਿਹੜੇ ਸੀਗੇ ਉਹਨਾਂ ਦੀਆਂ ਲੜਾਈਆਂ ਪਟਿਆਲਾ ਇੱਥੋਂ ਦੇ ਮੁਗਲਾਂ ਨਾਲ ਕਿਉਂ ਹੋਈਆਂ? ਔਰੰਗਜ਼ੇਬ ਆਪ ਤਾਂ ਦਿੱਲੀ ਸੀਗਾ ਹੀ ਨਹੀਂ, ਸਭ ਤੋਂ ਵੱਧ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਦੁਸ਼ਮਣ ਸੀਗਾ, ਜਿਹੜਾ ਨਿੱਜੀ ਤੌਰ ਤੇ ਇਸ ਲੜਾਈ ਨੂੰ ਪਰਸਨਲ ਲੈ ਬੈਠਾ ਸੀ, ਉਹ ਸੀ ਸਰਹੰਦ ਦਾ ਨਵਾਬ। ਠੀਕ ਆ, ਵਜ਼ੀਰ ਖਾਨ। ਬਿਕੋਜ਼ ਇਹ ਨਾਲੇ ਜਿਹੜਾ ਵਜ਼ੀਰ ਖਾਨ ਸੀ ਨਾ, ਇਹ ਔਰੰਗਜ਼ੇਬ ਦੀ ਸੁਣਦਾ ਹੀ ਘੱਟ ਸੀਗਾ। ਔਰੰਗਜ਼ੇਬ ਵੀ ਚਾਹੁੰਦਾ ਸੀਗਾ ਕਿ ਮੈਂ ਸਾਊਥ ਇੰਡੀਆ 'ਚ ਜਾਊਂਗਾ, ਇਹਨੂੰ ਮੈਂ ਕੁਝ ਕਹੂੰਗਾ, ਇਹ ਮੇਰੇ ਖਿਲਾਫ ਹੀ ਬਗਾਵਤ ਕਰ ਦੂਗਾ, ਮੈਨੂੰ ਤੰਗ ਕਰਨਗੇ, ਦਿੱਲੀ ਦੇ ਨੇੜੇ ਆ, ਕੱਲ੍ਹ ਨੂੰ ਦਿੱਲੀ ਦਾ ਤਖਤ ਦਾ ਨੁਕਸਾਨ ਨਾ ਕਰ ਦੇਣ। ਇਸ ਕਰਕੇ ਇਹ ਇਹਨਾਂ ਦੀ ਬਾਹਲੀ ਸੁਣਦਾ ਵੀ ਨਹੀਂ ਸੀ, ਬਾਹਲੀ ਮੰਨ ਲੈਂਦਾ ਸੀਗਾ ਔਰੰਗਜ਼ੇਬ। ਤਾਂ ਔਰੰਗਜ਼ੇਬ ਖੁਦ ਵਿਚਾਰਾ ਸਾਊਥ ਇੰਡੀਆ 'ਚ ਸੀਗਾ ਉਸ ਟਾਈਮ। ਹਾਂ, ਕੋਈ ਬਹੁਤ ਸਿਆਣਾ ਰਾਜਾ ਤਾਂ ਨਹੀਂ ਸੀ, ਆਰਥੋਡਾਕਸ ਸੀਗਾ, ਆਪਣੇ ਧਰਮ ਨੂੰ ਲੈ ਕੇ ਦੂਜੇ ਧਰਮਾਂ ਨੂੰ ਬਰਦਾਸ਼ਤ ਨਹੀਂ ਸੀ ਕਰਦਾ। ਚੱਲ ਠੀਕ ਆ, ਤੂੰ ਆਪ ਸ਼ਰਾਬ ਨਹੀਂ ਪੀਂਦਾ, ਆਪ 5 ਟਾਈਮ ਦਾ ਨਵਾਜ਼ ਲਿਖ ਕੇ ਵੇਚ ਕੇ ਉਹਦੀਆਂ ਪੰਕਤੀਆਂ ਪੈਸੇ ਕਮਾਉਂਦਾ ਸੀ। ਆਪਣੇ ਖਰਚੇ ਜਿਹੜੇ ਸੀ ਉਹ ਦਰਬਾਰ ਦੇ ਖਰਚਿਆਂ 'ਚੋਂ ਆਪਣੇ ਨਿੱਜੀ ਖਰਚੇ ਨਹੀਂ ਸੀ ਕੱਢਦਾ। ਠੀਕ ਆ, ਤੂੰ ਇੱਕ ਪੱਕਾ ਮੁਸਲਮਾਨ ਹੋ ਸਕਦਾ ਹੈ, ਪਰ ਇੱਕ ਪੱਕਾ ਮੁਸਲਮਾਨ ਹੋਣ ਤੋਂ ਪਹਿਲਾਂ ਤੂੰ ਦੇਸ਼ ਦਾ ਰਾਜਾ ਹੈ। ਤੇਰੇ ਵਾਸਤੇ ਇੱਕ ਚੰਗਾ ਇਨਸਾਨ ਹੋਣਾ ਜ਼ਰੂਰੀ ਹੈ। ਠੀਕ ਆ, ਤੁਸੀਂ ਆਪਣੇ ਧਰਮ 'ਚ ਜਿੰਨੇ ਮਰਜ਼ੀ ਪੱਕੇ ਹੋ, ਤੁਸੀਂ ਦੂਜੇ ਬੰਦੇ ਵਾਸਤੇ ਕਾਸ ਦੇ ਵੀ ਚੰਗੇ ਨਹੀਂ ਹੈਗੇ। ਠੀਕ ਆ, ਜਦੋਂ ਤੱਕ ਤੁਸੀਂ ਲੋਕਾਂ ਨਾਲ ਪਿਆਰ ਗੱਲ ਨਹੀਂ ਕਰਦੇ ਹੋ। ਬੀਇੰਗ ਅ ਰੂਲਰ, ਤੁਸੀਂ ਆਪਣੇ ਆਪ ਨੂੰ ਆਲਮਗੀਰ ਕਹਿ ਲਓ, ਜੋ ਮਰਜ਼ੀ ਕਹੀ ਜਾਓ, ਪਰ ਜਦੋਂ ਤੱਕ ਤੁਸੀਂ ਝੱਜਦੇ ਹੀ ਨਹੀਂ ਹੈਗੇ ਤਾਂ ਤੁਹਾਡਾ ਕੋਈ ਫਾਇਦਾ ਨਹੀਂ। ਇਹ ਔਰੰਗਜ਼ੇਬ ਦੀ ਇਮੇਜ ਸੀ।
ਅੱਜ ਵੀ ਬਹੁਤ ਵਾਰੀ ਕੋਸ਼ਿਸ਼ ਕੀਤੀ ਗਈ ਆ ਕਿ ਔਰੰਗਜ਼ੇਬ ਦੀ ਇਮੇਜ ਨੂੰ ਸੁਧਾਰਿਆ ਜਾਵੇ। ਬੀਜੇਪੀ ਹਮੇਸ਼ਾ ਕਹਿੰਦੀ ਆ ਕਿ ਉਹ ਬੜਾ ਖਤਰਨਾਕ ਰਾਜਾ ਸੀ, ਉਹਨੂੰ ਅਸੀਂ ਇਤਿਹਾਸ 'ਚੋਂ ਡਿਲੀਟ ਕਰਾ ਦੇਣਾ ਹੈ। ਠੀਕ ਆ, ਦੋਵੇਂ ਗੱਲਾਂ ਗਲਤ ਆ। ਉਹਦੀ ਇਮੇਜ ਜੇ ਖਰਾਬ ਸੀ ਤਾਂ ਖਰਾਬ ਆ, ਪਰ ਜੇ ਉਹਦੀ ਇਮੇਜ ਖਰਾਬ ਸੀ ਚਾਹੇ ਸਹੀ ਸੀ, ਇਤਿਹਾਸ ਤਾਂ ਇਤਿਹਾਸ ਆ ਨਾ, ਉਹਦੇ 'ਚੋਂ ਥੋੜ੍ਹਾ ਉਹਨੂੰ ਡਿਲੀਟ ਕਰਾ ਲਓਗੇ ਤਾਂ ਕਈ ਵਾਰੀ ਅਸੀਂ ਵੀ ਗਲਤ ਹੋ ਜਾਂਦੇ ਹਾਂ। ਹਰ ਕੋਈ ਆਪੋ ਆਪਣੇ ਡਾਇਰੈਕਸ਼ਨ 'ਚ ਗਲਤ ਚੱਲ ਪੈਂਦਾ ਹੈ। ਔਰੰਗਜ਼ੇਬ ਦੇ ਵੇਲੇ ਮੁਗਲਾਂ ਨੂੰ ਪਤਾ ਸੀ ਕਿ ਉਹ ਸਾਊਥ ਇੰਡੀਆ 'ਚ ਆ, ਅਤੇ ਇਹਨਾਂ ਨੇ ਬਹੁਤਾ ਜ਼ੋਰ ਹੀ ਕਿੱਧਰ ਲਾਈ ਰੱਖਿਆ, ਕਲਕੱਤੇ ਵਾਲੇ ਪਾਸੇ। ਦੂਸਰੀ ਗੱਲ, ਜਿਹੜਾ ਕਲਕੱਤੇ ਦਾ ਨਵਾਬ ਸੀਗਾ, ਕਲਕੱਤੇ ਦਾ ਜਿਹੜਾ ਨਵਾਬ ਸੀਗਾ ਮੀਰ ਕਾਸਿਮ, ਤੁਸੀਂ ਕਹੋਗੇ ਮੈਂ ਤਾਂ ਹੋਰ ਪੜ੍ਹਾਇਆ ਸੀਗਾ, ਸੂਬੇਦਾਰ ਸ਼ਾਹ ਸੂਜਾ, ਬਈ 1691 'ਚ ਉੱਥੋਂ ਦਾ ਨਵਾਬ ਬਣ ਗਿਆ ਸੀ ਮੀਰ ਕਾਸਿਮ। ਕੀ ਨਾਮ ਸੀਗਾ? ਮੀਰ ਕਾਸਿਮ। ਉਹ ਜਿਹੜਾ ਬੰਦਾ ਨਵਾਬ ਬਣਿਆ ਸੀ ਨਾ, ਸੌਰੀ ਗਲਤ ਹੋ ਗਿਆ, ਮੁਰਸ਼ਿਦ ਕੁਲੀ ਖਾਨ। ਕੀ ਨਾਮ ਸੀਗਾ? ਮੁਰਸ਼ਿਦ ਕੁਲੀ ਖਾਨ। 1691 1691 1656 ਤੋਂ ਲੈ ਕੇ 1707 ਤੱਕ ਦੀ ਟਾਈਮਲਾਈਨ ਮੈਂ ਕਿਹਦੀ ਦੱਸੀ ਆ? ਔਰੰਗਜ਼ੇਬ ਦੀ। ਔਰੰਗਜ਼ੇਬ ਦੇ ਵੇਲੇ 1690 ਦੇ ਅਰਾਊਂਡ ਇੱਕ ਬੰਦਾ ਬੰਗਾਲ ਦਾ ਨਵਾਬ ਬਣ ਜੇ ਤੇ ਬਾਅਦ 'ਚੋਂ ਔਰੰਗਜ਼ੇਬ ਨੂੰ ਕਹਿ ਦੇ ਕਰ ਲਾ ਜੋ ਕਰਨਾ, ਮੈਂ ਨਹੀਂ ਤੇਰੀ ਸੁਣਦਾ। ਤੁਸੀਂ ਇਹ ਦੱਸੋ ਕਿ ਉਸ ਨਵਾਬ ਨੂੰ ਜੇ ਕਿਤੇ ਬੰਗਾਲ ਦੇ ਵਿੱਚ ਕੋਈ ਹਮਲਾ ਹੋ ਗਿਆ, ਕਿ ਉਹ ਦਿੱਲੀ ਦੇ ਰਾਜੇ ਨੂੰ ਫੋਨ ਕਰਕੇ ਕਹਿ ਸਕਦਾ ਕਿ ਮੈਨੂੰ ਬੰਦੇ ਭੇਜ, ਮੈਂ ਖਤਰੇ 'ਚ ਹਾਂ? ਨਹੀਂ, ਬਿਕੋਜ਼ ਪੰਗਾ ਤਾਂ ਤੂੰ ਆਪ ਆ ਲਿਆ। ਅੰਗਰੇਜ਼ਾਂ ਨੂੰ ਵੀ ਪਤਾ ਸੀ ਕਿ ਇਹਦੇ ਨਾਲ ਜੋ ਮਰਜ਼ੀ ਕਰੀ ਜਾਓ, ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਇਹ ਹੁਣ ਦਿੱਲੀ ਫੋਨ ਨਹੀਂ ਕਰੂਗਾ, ਬਿਕੋਜ਼ ਦਿੱਲੀ ਦੀ ਮਦਦ ਆਉਣੀ ਨਹੀਂ ਹੁਣ ਇਹਨੂੰ, ਇਹ ਤਾਂ ਦਿੱਲੀ ਨੂੰ ਅੱਗੇ ਅੱਖਾਂ ਕੱਢੀ ਫਿਰਦਾ ਹੈ। ਦੂਜੀ ਗੱਲ, ਔਰੰਗਜ਼ੇਬ ਨਾਲ ਇਹਦੀ ਬਣਦੀ ਵੀ ਨਹੀਂ, ਇਸ ਕਰਕੇ ਆਪਾਂ ਜਿੱਧਰ ਔਰੰਗਜ਼ੇਬ ਉੱਧਰ ਜਾਣ ਦਾ ਫਾਇਦਾ ਹੀ ਨਹੀਂ, ਇਹਦੇ ਨਾਲ ਦੋ ਹੱਥ ਕਰਦੇ ਹਾਂ। ਨਾਲੇ ਆਪਣੇ ਆਪ ਨੂੰ ਘੱਟੋ ਘੱਟ ਕਲਕੱਤੇ ਬੰਗਾਲ ਦੇ ਵਿੱਚ ਤਾਂ ਐਕਸਪੈਂਡ ਕਰ ਲਈਏ, ਤਾਂ ਅੰਗਰੇਜ਼ ਵੀ ਉੱਧਰ ਹੀ ਸੀਗੇ। ਔਰੰਗਜ਼ੇਬ ਸਾਊਥ ਇੰਡੀਆ 'ਚ ਸੀ ਤੇ ਨਾਰਥ ਇੰਡੀਆ 'ਚ ਗੁਰੂ ਗੋਬਿੰਦ ਸਿੰਘ ਤੇ ਪੰਜਾਬ ਦਾ ਸਿਨੈਰੀਓ, ਤੇ ਉਸ ਤੋਂ ਬਾਅਦ ਔਰੰਗਜ਼ੇਬ ਦੀ 1707 'ਚ ਮੌਤ ਹੋ ਜਾਂਦੀ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੱਦੀ ਤੇ ਪੈਂਦਾ ਫਾਰੂਕ ਸਿਆਰ। ਦਿੱਲੀ ਦਾ ਦਰਬਾਰ ਹਿੱਲ ਜਾਂਦਾ ਹੈ ਔਰੰਗਜ਼ੇਬ ਦੀ ਮੌਤ ਤੋਂ ਬਾਅਦ। ਫਾਰੂਕ ਸਿਆਰ, ਉਹਨੂੰ ਬਹਾਦਰ ਸ਼ਾਹ ਸੌਰੀ ਉਹਦਾ ਮੁੰਡਾ ਰਾਜਾ ਬਣਦਾ ਹੈ, ਕੋਈ ਨਹੀਂ ਉਹਨੂੰ ਸੁਣਦਾ, 5 ਸਾਲ ਰਹਿੰਦਾ ਹੈ, ਨਾਂ ਦਾ ਰਾਜਾ ਸੀਗਾ। ਫਿਰ ਜਹੰਨਦ ਸ਼ਾਹ ਬਣਦਾ ਹੈ 1-1.5 ਸਾਲ ਵਾਸਤੇ, ਕੋਈ ਨਹੀਂ ਸੁਣਦਾ। 1712 'ਚ ਬਣਦਾ ਹੈ ਫਾਰੂਕ ਸਿਆਰ। ਜਦੋਂ 1712 ਜਾਂ 13 'ਚ ਫਾਰੂਕ ਸਿਆਰ ਬਣਦਾ ਹੈ ਤੇ 1719 ਤੱਕ ਰਾਜਾ ਰਹਿੰਦਾ ਹੈ 6 ਸਾਲ। ਉਹਦੇ ਵਾਸਤੇ ਸਭ ਤੋਂ ਵੱਡਾ ਚੈਲੰਜ, ਬੰਗਾਲ ਵਾਲਾ ਅੱਖਾਂ ਕੱਢ ਰਿਹਾ ਹੈ, ਬੰਗਾਲ 'ਚ ਈਸਟ ਇੰਡੀਆ ਕੰਪਨੀ ਐਕਸਪੈਂਡ ਹੋ ਰਹੀ ਆ, ਸਾਊਥ ਇੰਡੀਆ 'ਚ ਮਰਾਠੇ ਨਹੀਂ ਜੀਣ ਦੇ ਰਹੇ, ਨਾਰਥ ਇੰਡੀਆ 'ਚ ਬੰਦਾ ਸਿੰਘ ਬਹਾਦਰ ਨਾਮ ਦਾ ਇੱਕ ਕਰੈਕਟਰ ਆ ਚੁੱਕਿਆ ਹੈ ਤੇ ਉਹਨੇ ਗਾਹ ਤੇ ਗਾਹ ਪਾ ਰੱਖਿਆ ਹੈ। ਇਹ ਸਾਰਾ ਟਾਈਮ ਲਾਈਨ ਇਮੈਜਿਨ ਕਰਕੇ ਦੇਖੋ। 1712 'ਚ ਦਿੱਲੀ ਦਾ ਮੁਗਲ ਸਮਰਾਜ ਬਣ ਗਿਆ, 13 'ਚ ਫਾਰੂਕ ਸਿਆਰ। ਕਿੱਡੇ ਤਗੜੇ ਚੈਲੰਜਸ ਆ ਕਿ ਬੰਗਾਲ ਵਾਲਾ ਅੱਖਾਂ ਕੱਢ ਰਿਹਾ ਜਿਹੜਾ ਨਵਾਬ ਆ, ਉੱਥੇ ਈਸਟ ਇੰਡੀਆ ਕੰਪਨੀ ਇੱਕ ਵਿਦੇਸ਼ੀ ਤਾਕਤ ਆਈ ਹੋਈ ਆ। ਸਾਊਥ ਇੰਡੀਆ 'ਚ ਫਰੈਂਚ ਵਾਲੇ ਜਿਹੜੇ ਆ ਉਹ ਨਹੀਂ ਪੈਰ ਲੱਗਣ ਦੇ ਰਹੇ। ਸਾਊਥ ਇੰਡੀਆ 'ਚ ਦੱਖਣੀ ਭਾਰਤ 'ਚ ਫਰੈਂਚ ਵੀ ਆ ਚੁੱਕੇ ਆ, ਕਿਉਂਕਿ ਫਰੈਂਚ ਆਏ 1668 'ਚ ਤੇ 1710 ਤੱਕ ਤਾਂ ਉਹਨਾਂ ਨੇ ਨੇਰੀ ਠਾ ਰੱਖੀ ਸੀ ਪੂਰੀ। 1710 ਤੱਕ ਤਾਂ ਫਰੈਂਚ ਵਾਲੇ ਤਾਂ ਅੰਗਰੇਜ਼ਾਂ ਤੋਂ ਵੀ ਵੱਧ ਤਾਕਤਵਰ ਸੀਗੇ। ਤੁਸੀਂ ਇਮੈਜਿਨ ਕਰਕੇ ਦੇਖੋ। ਨਾਰਥ ਇੰਡੀਆ 'ਚ ਬੰਦਾ ਸਿੰਘ ਬਹਾਦਰ ਜਿਹੜਾ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਜਿਹੜੀਆਂ ਜ਼ਮੀਨਾਂ ਹੈ ਉਹ ਉੱਥੋਂ ਦੇ ਜ਼ਮੀਨਦਾਰਾਂ ਤੋਂ ਤੜਵਾ ਕੇ ਕਿਸਾਨਾਂ ਦੇ ਨਾਂ ਲਵਾ ਰਿਹਾ ਹੈ। ਉਹ ਕਿਸਾਨਾਂ ਨੂੰ ਉਹਨਾਂ ਦੇ ਐਗਰੀਕਲਚਰ ਰਾਈਟਸ ਦਿਵਾ ਰਿਹਾ, ਟੈਨੈਂਟਸ ਨੂੰ ਹੱਕ ਦਿਵਾ ਰਿਹਾ ਹੈ। ਟੈਨੈਂਟਸ ਉਹਦੀ ਸੈਨਾ ਦੇ ਵਿੱਚ ਲੈਣ ਲੱਗੀ ਆ ਕਿ ਸਾਨੂੰ ਬੰਦਾ ਸਿੰਘ ਬਹਾਦਰ ਆਪਣੀ ਸੈਨਾ ਚ ਲਵੇ, ਆਪਣੀ ਸੈਨਾ ਨੂੰ ਮਜ਼ਬੂਤ ਕਰ ਰਿਹਾ ਹੈ। ਨਾਰਥ ਵਾਲੇ ਪਾਸਿਓਂ ਫਾਰੂਕ ਸਿਆਰ ਤੇ ਲਗਾਤਾਰ ਪ੍ਰੈਸ਼ਰ ਵੱਧ ਰਿਹਾ ਹੈ। ਥੱਲੇ ਜਿਹੜੇ ਉਹ ਆ ਮਰਾਠੇ ਆ ਉਹ ਪੈਰ ਨਹੀਂ ਲੱਗਣ ਦੇ ਰਹੇ 1712-13 'ਚ, ਤਾਂ ਫਾਰੂਕ ਸਿਆਰ ਤੇ ਕਿੰਨਾ ਪ੍ਰੈਸ਼ਰ ਹੋਊਗਾ। ਇਸੇ ਸਮੇਂ 'ਚ ਉਹਨੂੰ ਇੱਕ ਗੱਲ ਸਮਝ ਆ ਗਈ ਕਿ ਬਈ ਬੰਗਾਲ ਦੇ ਵਿੱਚ ਬੰਗਾਲ ਦਾ ਜਿਹੜਾ ਨਵਾਬ ਆ, ਠੀਕ ਆ, ਉਹਨੂੰ ਵੀ ਅੱਖਾਂ ਕੱਢਣ ਵਾਸਤੇ, ਬੰਗਾਲ ਦੇ ਨਵਾਬ ਨੂੰ ਅੱਖਾਂ ਕੱਢਣ ਵਾਸਤੇ ਫਾਰੂਕ ਸਿਆਰ ਨੇ ਪਤਾ ਕੀ ਕੀਤਾ? ਬੜੀ ਚਲਾਕੀ। ਕਹਿੰਦੇ ਤੂੰ ਬੰਗਾਲ ਦੇ ਵਿੱਚ ਆਪਣੀ ਫੈਕਟਰੀ ਨੂੰ ਐਕਸਪੈਂਡ ਕਰ ਲਓ। ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਦਿੱਲੀ ਦਾ ਨਵਾਬ ਕਹਿੰਦਾ ਹੈ ਤੇ ਬੰਗਾਲ ਦਾ ਨਵਾਬ ਕਹੂਗਾ ਕਿ ਤੁਸੀਂ ਮੇਰੇ ਇਲਾਕੇ 'ਚ ਕੌਣ ਹੁੰਦੇ ਹੋ ਐਵੇਂ ਕਰਨ ਵਾਲੇ। ਤੇ ਫਾਰੂਕ ਸਿਆਰ ਨੇ ਕਿਹਾ ਕਿ ਇਹ ਫਰਮਾਨ ਤੁਹਾਨੂੰ ਮੈਂ ਲਿਖ ਕੇ ਦਿੱਤਾ ਦਿੱਲੀ ਦਾ ਰਾਜਾ ਹੋਣ ਦੇ ਨਾਤੇ, ਬਿਕੋਜ਼ ਬੰਗਾਲ ਮੇਰੀ ਟੈਰੀਟਰੀ ਆ। ਜੇ ਉਹ ਅੱਖਾਂ ਕੱਢਣਗੇ ਫੇਰ ਦੱਸੀ, ਪਹਿਲਾਂ ਫਿਰ ਬਾਕੀ ਗੱਲਾਂ ਬਾਅਦ 'ਚ। ਅਸਲ 'ਚ ਅੰਗਰੇਜ਼ਾਂ ਦੇ ਨਾਲ ਫਾਰੂਕ ਸਿਆਰ ਦਾ ਇਹ ਹੱਥ ਮਿਲਾਉਣ ਦਾ ਤਰੀਕਾ ਸੀਗਾ ਤੇ ਕਿਹਨੂੰ ਡਰਾਉਣ ਦਾ ਤਰੀਕਾ ਸੀਗਾ ਕਿ ਜੇ ਮੇਰੇ ਭੇਜੇ ਹੋਏ ਫਰਮਾਨ ਨੂੰ ਉੱਥੋਂ ਦਾ ਨਵਾਬ ਨਾ ਕਰਦਾ ਹੈ
फिर देखांगे आपां की करना है। आ पल्ले पै गई गल। इट मीनस 1717 ਦੇ ਵਿੱਚ एक फरमान जारी करता है फारूक सियार। कहते आ जी वो एडा तगड़ा फरमान सी, अपने ही गवर्नर नूं अखां दिखाउण दे चक्कर च फारूक सियार ने अंग्रेज़ां नूं इन्ने नजायज़ हक देते। उही नजायज़ हक अज उस तो बाद इतिहास दे विच साडे देश दी गुलामी दा कारण बने सी। किहड़ी चीज़ कारण बनती है? 1717 ਦੇ ਵਿੱਚ अंग्रेज़ां नूं जिहड़ा उस समय दे फारूक सियार तो मिलिया फरमान। अंग्रेज़ जदों कोई बहुत वड्डा फायदा मेला लुट के आउंदे सी ना, वो एक ना वर्ड बोलते होंगे मैगना कार्टा। मैगना कार्टा एक ब्रिटिश भाषा का ही एक शब्द आ, उत्थों की लोकल भाषा का एक शब्द आ, जिहदा मतलब होंदा कि मेला लुट लिया। इंग्लिश च मतलब होंदा है कि तुसी बहुत वड्डे हक प्राप्त कर ले। अंग्रेज़ां ने इस डॉकूमेंट नूं, इस फरमान नूं मैगना कार्टा कहा। मैगना कार्टा ऑफ राइट्स की हक्कां दा एक दस्तावेज शब्द ये आ, ठीक है। 1717 ਦੇ ਵਿੱਚ फारूक सियार कंपनी नूं बहुत सारियां प्रिविलेजिस दिंदा है। कहता तुसी बंगाल, गुजरात, हैदराबाद च, ठीक है, की सीगा उहनूं मैगना कार्टा कहा गया। कहता की हक दिते उन्होंने। ये कई बारी जे आपां PPSC या UPSC का पेपर दईए ना, तो यह फरमान के अंदरले क्लॉज भी आउणगे। PSSB टाइप या फैक्चुअल क्वेश्चनस की गल करिए तो बस इत्थों तक ही सीमित आ कि फरमान दिता किन्ने आ ते किन्नू दिता है, ठीक है। तो बंगाल के नवाब नूं अखां कड्ढण वास्ते पहली गल, बंगाल च कंपनी का इंपोर्ट एक्सपोर्ट जिहड़ा है वो किसी भी तरीके के वाधू के करां तो, एडिशनल ड्यूटीज़ वाधू के करां तो वो होगा। बस तुसी एक बार उक्की फुक्की 3000 रुपया दे दिया करो, उस तो बाद तुहाडे ते बंगाल च समान का इंपोर्ट होवे, एक्सपोर्ट होवे, कोई चक्कर वाली गल नहीं, पल्ले पै गई। बस एक बार उक्का फुक्का साल के किन्ने पैसे देने आ? 3000। अगे आ जाओ। कंपनी नूं कहता कि तुसी ਤੁਹਾਡੇ ਤੋਂ ਬਿਨਾ ਬੰਗਾਲ ਦੇ ਵਿੱਚ ਹੋਰ ਕੋਈ ਵੀ ਇੱਥੇ ਕੰਮ ਕਰਦਾ ਹੈ ਉੱਤੇ ਤੁਸੀਂ ਚੁੰਗੀ ਲਾ ਸਕਦੇ ਹੋ, ਦਸਤਕ ਲਾ ਸਕਦੇ ਹੋ, ਠੀਕ ਆ। ਕੰਪਨੀ ਨੂੰ ਰਾਈਟ ਮਿਲ ਗਿਆ ਦਸਤਕ ਲਾਉਣ ਦਾ। ਕਹਿੰਦੇ ਹੋ ਇਮੇਜਿਨ ਇੱਕ ਬਾਹਰਲੀ ਵਿਦੇਸ਼ੀ ਕੰਪਨੀ ਨੂੰ ਉਸ ਇਲਾਕੇ ਦੇ ਵਿੱਚ ਟੈਕਸ ਇਕੱਠਾ ਕਰਨ ਦਾ ਹੱਕ ਦੇਣਾ, ਇਸ ਤੋਂ ਵੱਡੀ ਮੂਰਖਤਾ ਕੀ ਹੋ ਸਕਦੀ ਹੈ। ਤੀਸਰੀ ਗੱਲ ਤੇ ਆ ਜਾਓ, ਹੈਦਰਾਬਾਦ 'ਚ ਕੰਪਨੀ ਨੂੰ ਕਹਿਤਾ ਕਿ ਤੁਸੀਂ ਮਤਲਬ ਕਿ ਐਗਜ਼ਿਸਟਿੰਗ ਪ੍ਰਿਵਿਲੇਜ ਕਿ ਜਿਹੜੀਆਂ ਡਿਊਟੀਜ਼ ਤੁਹਾਡੀਆਂ, ਜਿਹੜੇ ਟੈਕਸ ਤੁਸੀਂ ਪੇ ਕਰ ਰਹੇ ਹੋ ਉਹਨਾਂ ਤੋਂ ਤੁਹਾਨੂੰ ਫ੍ਰੀ ਕਰਤਾ ਥੋੜਾ ਜਿਹਾ, ਠੀਕ ਆ। ਸੂਰਤ ਦੇ ਵਿੱਚ ਵੀ उक्का फुक्का कहता कि एनुअल पेमेंट 10,000 करो, तुहाडे ते सारे टैक्स माफ, इंपोर्ट एक्सपोर्ट के सारे टैक्स माफ, उक्का फुक्का नवेड़ो बस साल का 10,000। ਜਦੋਂ ਆਪਾਂ ਕਿਸੇ ਨੂੰ ਇਹੀ कहता कि उक्का फुक्का एक बार दे दो, इट मीनस ਆਪਾਂ ਨੂੰ ਆਲਮੋਸਟ ਆਜ਼ਾਦ ਕਰਨਾ ਚਾਹੁੰਦੇ ਆ। ਤਾਂ ਇਸ ਤਰੀਕੇ ਦੀਆਂ ਤਾਕਤਾਂ ਜਿਹੜੀਆਂ ਨੇ ਇਹ ਇਹਨਾਂ ਨੂੰ ਦਿੱਤੀਆਂ ਗਈਆਂ। ਕੰਪਨੀ ਨੂੰ ਇਹ ਵੀ ਕਹਿਤਾ ਕਿ ਤੁਸੀਂ ਆਪਣੇ ਸਿੱਕੇ ਵੀ ਇਸ਼ੂ ਕਰ ਸਕਦੇ ਹੋ। ਪਹਿਲੀ ਵਾਰ ਕੰਪਨੀ ਨੂੰ ਸਿੱਕੇ ਇਸ਼ੂ ਕਰਨ ਦੀ ਪਾਵਰ ਮਿਲੀ ਸੀ। ਸੋ ਇਹ ਆਪਣੇ ਆਪ 'ਚ ਇੱਕ ਫਰਮਾਨ ਸੀਗਾ, ਠੀਕ ਆ। ਸੋ ਇਹ ਗੱਲ ਬਹੁਤ ਕਲੀਅਰ ਆ ਕਿ ਇਸ ਤੋਂ ਬਾਅਦ ਕੰਪਨੀ ਦਾ ਇੰਡੀਆ 'ਚ ਵਿਸਥਾਰ ਵਧਣਾ ਹੀ ਆ। ਇਹ ਗੱਲ ਕਲੀਅਰ ਹੋ ਗਈ ਕਿ ਜਦੋਂ ਕੰਪਨੀ ਨੂੰ ਐਡੇ ਤਗੜੇ ਹੱਕ ਮਿਲ ਗਏ। ਪਰ ਤੁਹਾਨੂੰ ਮੈਂ ਇਹ ਵੀ ਦੱਸਿਆ ਸੀ ਕਿ ਜਦੋਂ ਇਹ ਕੰਪਨੀਆਂ ਆਈਆਂ ਸੀ, ਇੱਕ ਕੰਪਨੀ ਨਹੀਂ ਸੀ ਆਈ, ਛੋਟੀਆਂ ਕਈ ਕੰਪਨੀਆਂ ਮਿਲ ਕੇ ਆਈਆਂ ਸੀ। ਹੁਣ ਇੰਗਲੈਂਡ ਦੀ ਸਰਕਾਰ ਨੂੰ ਨਾ ਕੰਪਨੀ ਦੇ ਭਾਰਤ 'ਚ ਇੱਕ ਓਪਰਚੁਨਿਟੀ ਮਿਲੀ। ਵਜ੍ਹਾ ਕਿਵੇਂ? ਤੁਸੀਂ ਇੱਕ ਗੱਲ ਦੇਖੋ, ਭਾਰਤ 'ਚ ਇੱਕ ਕੰਪਨੀ ਇੰਗਲੈਂਡ ਦੀ ਬਹੁਤ ਗਰੋ ਕਰ ਰਹੀ ਹੈ। ਉਸ ਸਮੇਂ ਇੰਗਲੈਂਡ ਜਿਹੜਾ ਸੀਗਾ ਛੋਟਾ ਜਿਹਾ ਦੇਸ਼ ਸੀਗਾ। ਇੰਗਲੈਂਡ ਦੇ ਵਿੱਚ ਬੇਰੁਜ਼ਗਾਰੀ ਵੀ ਸੀਗੀ। ਇੰਗਲੈਂਡ ਦੀ ਸਰਕਾਰ ਇਹ ਚਾਹੁੰਦੀ ਸੀ ਕਿ ਸਾਡੇ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਨੌਕਰੀਆਂ ਲੱਗਣ। ਸਰਕਾਰ ਕਿੰਨੀਆਂ ਕੁ ਸਰਕਾਰੀ ਨੌਕਰੀਆਂ ਦੇ ਦੇ? ਤਾਂ ਸਰਕਾਰ ਨੇ ਕੀ ਕੀਤਾ, ਇੱਕ ਪ੍ਰਾਈਵੇਟ ਕੰਪਨੀ ਨੂੰ ਭਾਰਤ 'ਚ ਲਾਇਸੈਂਸ ਦੇਤਾ ਕਿ ਜਾਓ ਐਸ਼ ਕਰੋ। ਉਸ ਕੰਪਨੀ ਨੇ ਆਪਣੇ ਆਪ ਨੂੰ ਐਕਸਪੈਂਡ ਕਰ ਲਿਆ। ਸਰਕਾਰ ਨੂੰ ਦੋ ਫਾਇਦੇ, ਇੰਗਲੈਂਡ ਦੇ ਲੋਕਾਂ ਨੂੰ ਉਸ ਕੰਪਨੀ 'ਚ ਰੋਜ਼ਗਾਰ ਮਿਲੂਗਾ ਤੇ ਦੂਜੀ ਗੱਲ ਉਹ ਕੰਪਨੀ ਇੰਗਲੈਂਡ ਦੀ ਸਰਕਾਰ ਨੂੰ ਬਹੁਤ ਜ਼ਿਆਦਾ ਟੈਕਸ ਪੇ ਕਰੂਗੀ। ਤਾਂ ਇੰਗਲੈਂਡ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਕੰਪਨੀ ਕਿਸੇ ਗਲਤੀ ਕਰਕੇ ਜਾਂ ਬੇਵਕੂਫੀ ਕਰਕੇ ਡੁੱਬੇ। ਇੰਗਲੈਂਡ ਦੀ ਸਰਕਾਰ ਚਾਹੁੰਦੀ ਸੀ ਕਿ ਇੰਡੀਆ 'ਚ ਜਿਹੜੀਆਂ 3-4 ਕੰਪਨੀਆਂ ਨੂੰ ਲਾਇਸੈਂਸ ਮਿਲਿਆ ਨਾ ਕੰਮ ਕਰਨ ਦੇ, ਇਹ ਮਿਲ ਕੇ ਇੱਕ ਹੋ ਜਾਣ, ਤਾਕਤ ਵਧੂਗੀ, ਇੰਡੀਆ ਦੇ ਰਾਜਿਆਂ ਨਾਲ ਲੜਨ। ਇੱਥੋਂ ਤੱਕ ਕਿ ਕੰਪਨੀ ਇੰਡੀਆ ਦੀ ਆ, ਉੱਥੇ ਇੰਡੀਆ 'ਚ ਇੰਗਲੈਂਡ ਦੀ ਕੰਪਨੀ ਪ੍ਰਾਈਵੇਟ ਆ। ਤੇ ਜਦੋਂ ਕਿਸੇ ਇੰਡੀਆ ਦੇ ਰਾਜੇ ਰੂਜੇ ਨਾਲ ਲੜਨਾ ਪੈ ਜਾਂਦਾ ਸੀ, ਮੁਗਲਾਂ ਨਾਲ ਜਾਂ ਕਿਸੇ ਨਾਲ ਵੀ, ਉਹਦੀ ਸੈਨਾ ਕਿੱਥੋਂ ਆਉਂਦੀ ਸੀ ਭਲਾ? ਉਹ ਕੰਪਨੀ ਦੀ ਸੈਨਾ ਥੋੜਾ ਹੁੰਦੀ ਸੀ। ਅੰਦਰ ਖਾਤੇ ਇੰਗਲੈਂਡ ਦੀ ਸਰਕਾਰ ਆਪਣੇ ਫੌਜੀ ਭੇਜਦੀ ਸੀ। ਨਹੀਂ ਤਾਂ ਕੰਪਨੀ ਦੇ ਮੁਲਾਜ਼ਮ ਲੜ ਸਕਦੇ ਆ। ਕਿਸੇ ਵੀ ਕੰਪਨੀ ਦੇ ਮੁਲਾਜ਼ਮਾਂ ਨੂੰ ਕਹਿ ਦਿਓ ਕਿ ਜਾ ਕੇ ਕਿਸੇ ਪ੍ਰੋਫੈਸ਼ਨਲ ਸੈਨਾ ਨਾਲ ਲੜਨਾ ਹੈ। ਇਜ਼ ਇਟ ਪੋਸੀਬਲ? ਇਟ ਮੀਨਸ ਜਦੋਂ ਕੰਪਨੀ ਸੀਗੀ, ਕੰਪਨੀ ਨੂੰ ਮਗਰੋਂ ਮਦਦ ਕਿਹਦੀ ਮਿਲ ਰਹੀ ਸੀ? ਇੰਗਲੈਂਡ ਦੀ ਹੁਕੂਮਤ ਦੀ। ਮੇਰੀ ਗੱਲ ਪੱਲੇ ਪੈ ਗਈ ਨਾ। ਤਾਂ ਇੰਗਲੈਂਡ ਦੀ ਸਰਕਾਰ ਨੇ ਫਿਰ ਇਹਨਾਂ ਤੇ ਪ੍ਰੈਸ਼ਰ ਪਾਇਆ ਕਿ ਤੁਸੀਂ ਸਾਰੀਆਂ ਕੰਪਨੀਆਂ ਨੂੰ ਮਰਜ ਕਰੋ। ਤੇ ਫਾਈਨਲੀ 1708 'ਚ ਜਾ ਕੇ ਜਿਹੜੀਆਂ ਛੋਟੀਆਂ ਕੰਪਨੀਆਂ ਸੀ, ਇੱਕ ਕੰਪਨੀ ਸੀ ਵਿਗਜ਼ ਐਂਡ ਈਸਟ ਇੰਡੀਆ, ਇੱਕ ਸੀ ਵਿਗਜ਼, ਇੱਕ ਈਸਟ ਇੰਡੀਆ ਕੰਪਨੀ, ਇਹ ਦੋਵੇਂ ਅਲੈਗਮੇਟ ਹੋਈਆਂ, ਆਪਣੇ 'ਚ ਮਰਜ ਹੋਈਆਂ ਤੇ ਮਰਜ ਹੋ ਕੇ ਬਣਦੀ ਹੈ ਫਿਰ
इंडीज़ ईस्ट इंडीज़ मतलब वैस्ट इंडीज़, ईस्ट इंडीज़ का मतलब अपने इंडिया। ऑफिशियली इस समय आके कंपनी का नाम EIC हुंदा है। वट इज़ EIC? ईस्ट इंडिया कंपनी। 1708 के नेड़े जाके ये कंपनियां मर्ज होंदियां है ते मर्ज होके फाइनली एक कंपनी के तौर पर बनदियां हैं। आ गल समझ आ गई? इट मीनस तुसी कहोगे मैं ब्रिटिश इंडिया का इतिहास सिर्फ 1708 तक का समझाया है? नहीं, ब्रिटिश तो वह आ जिन्हां नाल असीं 1947 तक चलना है। ये तो जस्ट उन्हों की शुरुआत मैं दसी है तुहानूं, ताकि तुसीं हुण अगे जाके जदों मैं तुहानूं ना हजे तो मैं एक लैक्चर होर लाउणा जिहदे च मैं वक्खरियां स्टेटां बारे पढ़ाउणा है कि बंगाल ते किवें कब्जा होया, मद्रास ते किवें कब्जा होया, मराठियां नाल किवें दो हत्थ कीते आ, हैदराबाद नाल किवें दो हत्थ कीते आ, अंग्रेज़ां ने सिखां नाल किवें दो हत्थ कीते आ, अंग्रेज़ां ने गोरखियां नाल, फिर मैं पढ़ाउणा है अंग्रेज़ां ने बाहरले देशां नाल किवें। तुसीं कहोगे बाहरले किहड़े देश? भाई अफगानिस्तान, नेपाल, बर्मा, भूटान, ये भारत के बाहरले देश आ। इट मीनस इस तो अगला चैप्टर पता की आऊगा कि अंग्रेज़ां दे इंडियन स्टेट्स दे नाल लड़ाइयां। इंडियन स्टेट्स किहड़ियां? पंजाब, मद्रास, बॉम्बे, मद्रास, मराठे वगैरह। तो बाहरले देशों नाल अंग्रेज़ां दीयां लड़ाइयां किहड़ियां किहड़ियां होणगियां भला? बाहरले देशों नाल अंग्रेज़ां दीयां लड़ाइयां, अफगानिस्तान नाल अंग्रेज़ां दी लड़ाई, ये सारियां। सो लास्ट एक टॉपिक अपने कोल छोटा जिहा जिहड़ा इहनूं आपां हुण कवर करिए। लास्ट पावर जिहड़ी साडे कोल रह गई है, बस छोटा जिहा पॉइंट आ, जिहड़ी लास्ट पावर साडे कोल रह गई है दैट इज़ फ्रेंच पावर। ठीक है, जिहड़ी लास्ट ताकत आ वो फ्रेंच आ। हजे मैं अगले लैक्चर च पढ़ाऊँगा कि फ्रांस वालियां दियां इन्हां नाल लड़ाइयां किवें होईयां। ठीक है, फ्रेंच पावर नूं असीं समझदे हां कि तुहानूं मैं पहलां दस्सिया कि साडे देश च सब तो पहलां 1600 च कौन आए आ? सॉरी 1498 च वास्को ड गामा। तो सब तो पहली कंपनी साडे देश च जे मैं कायदे नाल पढ़ावां तो 1502 च खुलदी है। किन्हां दी? पुर्तगालियां दी। उस तो बाद अगली कंपनी 1600, अगली कंपनी साडे देश च 1602 च आउंदी है ब्रिटिश, अंग्रेज़। फिर आउंदे आ उस तो बाद 1620 दे विच, सॉरी 1605 च डच। फिर 1620 च आउंदे आ डेन्स ते 1668 च कौन आउंदे आ? फ्रेंच। फ्रेंच एक सरकारी कंपनी सी। ठीक है, फ्रेंच एक सरकारी कंपनी सी। आ एक प्राइवेट कंपनी सी इंग्लिश। डेन्स भी एक प्राइवेट कंपनी सी। जिहड़ी डेन्स आ डेनमार्क दी वो भी एक प्राइवेट कंपनी आ। पुर्तगीज़ एक सरकारी, सॉरी डच जिहड़ी सीगी, डच एक कॉरपोरेशन सी। याद आ? शेयर इशू कर करके बनी सी कॉरपोरेशनस। ठीक है, सो ये मैं पहले ही एक गल क्लीयर करदा कि तुहाडे वास्ते एक बड़ा क्वेश्चन होऊगा कि फ्रेंच ते ब्रिटिश दोवें कंपनियां भारत दे विच 1600 तो बाद आईयां। एक 1602 च आई है ते एक 1660 च 68 च आई है, 1668 च आई है। 1700 तक जाते जाते दोवां कंपनियां कोल बराबर दे राइट्स सीगे। फ्रांस वालियां ने भी आके बड़ी स्पीड खिंची, पर होया पता की? फ्रांस कोल संसाधन ज़्यादा सी। फ्रांस की कंपनी एक सरकारी कंपनी सी। इंग्लैंड के राजे ने लुइस 14 सी इंग्लैंड का राजा, उन्हें नजायज़ पैसा धक्कता मगरों कि बई कंपनी दबनी नहीं चाहिए। उन्हें बहुत पैसा लाया, फ्रांस की कंपनी राइज कर गई। एक प्राइवेट कंपनी को इन्ने संसाधन नहीं होंगे। पर उस तो बाद की होया? बाद की होया, एक ना जदों कंपनियां दोवें आपस च लड़ियां, जिहड़ी फ्रांस की कंपनी सी वो सरकारी सी। जो लड़ाइयां होंदियां सी ना तो चलदी लड़ाई दे विच इंग्लैंड की कंपनी ने फैसले लेने ईजी सी, क्योंकि प्राइवेट कंपनी सी। एक बंदा नहीं वधिया लड़ रहा, उन्होंने हटा के दूजा लाता। फ्रांस की कंपनी जिहड़ी सी सरकारी कंपनी सी, उपर नोटिस उपर तक जाऊगा, उपरों परमिशन मिलूगी, फिर गवर्नर बदलणगे, फिर स्ट्रैटेजी बदलूगी। पॉलिसी पैरालाइसिस जिन्होंने आपां कह दिंदे आ कि साडी नीति नूं अधरंग हो गया, साडीआं नीतियां ही वधिया नहीं बन रहीआं। सरकारी नीतियां सरकारी हुंदियां, चाहे भारत दीआं चाहे बाहर दीआं। तो सरकारी नीतियां का शिकार हो गई सी फ्रेंच कंपनी। अदरवाइज जिन्नी फ्रेंच कंपनी उपर सीगी ते ब्रिटिश थल्ले सी, ये हो ही नहीं सी सकदा कि 1760 तक जाते जाते फ्रेंच डुब गए ते ब्रिटिश छा गए। तो मैं हुण तुहानूं फ्रेंच बारे पढ़ाउणा शुरू करना कि फ्रेंच वालियां दी स्टोरी सुणो कि फ्रेंच वालियां दी कंपनी जिहड़ी सीगी वो लुइस 14 ने खलवाई सीगी। लुइस 14 का एक फाइनांस मिनिस्टर सी कॉलबॉट, उन्हें फ्रेंच ईस्ट इंडिया कंपनी की नींह धरी 1664 च ते वो इंडिया पहुंचे 1668 दे विच। फ्रैंकियोज कैरॉन ये वो बंदा सीगा जिहड़ा पहला शख्स सीगा फ्रांसी गवर्नर जिहड़ा इंडिया पहुंचया ते फ्रेंच वालियां ने आके अपनी पहली फैक्ट्री उत्थे ही लाई जिथे ब्रिटिश वालियां ने लाई सी। दसो कित्थे? सूरत विच इन्हां दी अपनी पहली फैक्ट्री लगदी है। ठीक है, 1673 दे विच
1673 ਚ ਸ਼ਾਇਸਤਾ ਖਾਨ ਜਿਹੜਾ ਕਿ ਉਸ ਟਾਈਮ ਦਾ ਬੰਗਾਲ ਦਾ ਸੂਬੇਦਾਰ ਸੀ, ਉਹਨੂੰ ਕਹਿ ਕੇ ਚੰਦਨ ਨਗਰ, ਆ ਬੜਾ ਇੰਪੋਰਟੈਂਟ ਸ਼ਹਿਰ ਆ, ਬੰਗਾਲ ਦਾ ਇੱਕ ਸ਼ਹਿਰ ਹੁਗਲੀ ਪੜਾਇਆ, ਇੱਕ ਅੰਗਰੇਜ਼ਾਂ ਨੇ ਵਸਾ ਲਿਆ ਕਲਕੱਤਾ, ਇੱਕ ਸ਼ਹਿਰ ਮੈਂ ਬੰਗਾਲ ਦਾ ਹੋਰ ਵੀ ਦੱਸਿਆ ਸੀ ਚੰਸੂਰਾ, ਜਿੱਥੇ ਡੱਚ ਵਾਲਿਆਂ ਦਾ ਕਬਜ਼ਾ ਸੀ। ਜਦੋਂ ਮੈਂ ਡੱਚ ਪੜਾਇਆ ਸੀ ਕਿ ਬੰਗਾਲ 'ਚ ਇੱਕ ਜਗ੍ਹਾ ਹੈ ਚੰਸੂਰਾ, ਜਿੱਥੇ ਕਿਹਨਾਂ ਦਾ ਕਬਜ਼ਾ ਸੀਗਾ, ਡੱਚ ਦਾ। ਆਹ ਚੱਕੋ ਬੰਗਾਲ ਦਾ ਇੱਕ ਹੋਰ ਸ਼ਹਿਰ ਚੰਦਰ ਨਗਰ, ਬੰਗਾਲ ਦਾ ਜਿਹੜਾ ਇਹ ਸ਼ਹਿਰ ਆ ਚੰਦਨ ਨਗਰ, ਇੱਥੇ ਫਰੈਂਚ ਵਾਲਿਆਂ ਨੇ ਆਪਣੀ ਕਲੋਨੀ ਵਸਾ ਲਈ। ਫਰੈਂਚ ਕੰਪਨੀ ਜਿਹੜੀ ਸੀ ਇਹਦੇ ਨਾਲ ਨਾਲ ਹੋਰ ਕਈ ਜਗ੍ਹਾ ਤੇ ਫੈਲੀ। ਮਾਹੇ, ਕਰੀਕਲ, ਬਲਾਸੌਰ, ਯਾਦ ਆ, ਬਲਾਸੌਰ ਉੜੀਸਾ 'ਚ ਆ, ਮਾਹੇ ਜਿਹੜਾ ਹੈ ਉਹ ਇੱਥੇ ਆ ਕੇਰਲਾ ਦੇ ਕੋਲ, ਠੀਕ ਆ, ਤੇ ਪੁਡੂਚੇਰੀ ਇੱਥੇ ਆ, ਕਰੀਕਲ ਉੱਤੋਂ ਥੋੜੀ ਜਿਹੀ ਥੱਲੇ ਆ, ਕਰੀਕਲ ਪੁਡੂਚੇਰੀ, ਮਾਹੇ ਤੇ ਇੱਥੇ ਜਨਮ, ਇਹ ਚਾਰੇ ਮਿਲ ਕੇ ਅੱਜ ਕਿਹੜੀ ਯੂਨੀਅਨ ਟੈਰੀਟਰੀ ਬਣਾਉਂਦੇ ਆ, ਪੁਡੂਚੇਰੀ। ਯਾਦ ਆ, ਮੈਂ ਦੱਸਿਆ ਵੀ ਸੀ ਕਿ ਇਹ ਫਿਰ ਇੱਥੇ ਬਲਾਸੌਰ ਹੋ ਗਿਆ, ਬਲਾਸੌਰ, ਇੱਥੇ ਚੰਦਨ ਨਗਰ। ਇਸ ਤਰੀਕੇ ਦੇ ਕਈ ਇਲਾਕਿਆਂ ਤੇ ਫਰੈਂਚ ਦੀਆਂ ਕੰਪਨੀਆਂ ਸਥਾਪਿਤ ਹੋ ਗਈਆਂ। ਫਰੈਂਚ ਵੀ ਬਹੁਤ ਵਧੀਆ ਸਪੀਡ ਨਾਲ ਲੱਗੇ ਵਧੇ ਆ, ਠੀਕ ਆ। ਤਾਂ ਇਸ ਤੋਂ ਬਾਅਦ ਫਰੈਂਚ ਵਾਲੇ ਜਿਹੜੇ ਆ ਉਹ ਅਸਲ ਦੇ ਵਿੱਚ ਫਰੈਂਚ ਵਾਲਿਆਂ ਨੂੰ ਸਭ ਤੋਂ ਵੱਡਾ ਝਟਕਾ ਪਤਾ ਕਦੋਂ ਲੱਗਿਆ? ਇਹਨਾਂ ਨੇ ਇੱਕ ਵਾਰੀ ਇਹਨਾਂ ਦੀ ਡੱਚ ਵਾਲਿਆਂ ਨਾਲ ਲੜਾਈ ਹੋਈ ਆ 1693 ਚ, ਪੁਡੂਚੇਰੀ ਇਹਨਾਂ ਤੋਂ ਖੋਇਆ ਗਿਆ, ਬਟ ਬਾਅਦ ਚ ਇਹਨਾਂ ਨੇ ਪੁਡੂਚੇਰੀ ਨੂੰ ਰੀਸਟੋਰ ਕਰ ਲਿਆ, ਕੈਪਚਰ ਕਰ ਲਿਆ। ਇੱਕ ਸਮਝੌਤਾ ਹੋਇਆ ਸੀ ਦੋਵਾਂ 'ਚ, ਟ੍ਰੀਟੀ ਆਫ ਰਿਸਵਿਕ, ਇਹ ਯੂਰਪ ਦੇ ਵਿੱਚ ਇੱਕ ਸੰਧੀ ਹੋਈ ਸੀ, ਜਿਹੜਾ 1693 ਦੇ ਵਿੱਚ ਇਹਨਾਂ ਤੋਂ ਪੁਡੂਚੇਰੀ ਖੋਲਿਆ ਸੀ ਥੋੜੇ ਸਮੇਂ ਵਾਸਤੇ। ਕਿਹਨਾਂ ਨੇ? ਡੱਚ ਵਾਲਿਆਂ ਨੇ। ਇਹਨਾਂ ਨੇ ਵਾਪਸ ਲੈ ਲਿਆ ਬਿਕੋਜ਼ ਇਹ ਸਾਰੀਆਂ ਕੰਪਨੀਆਂ ਦੀ ਆਪਸ ਦੇ ਵਿੱਚ ਇੱਕ ਰਾਈਵਲੀ ਚੱਲਦੀ ਸੀ। ਤੇ ਤੁਹਾਨੂੰ ਮੈਂ ਇਹ ਵੀ ਦੱਸ ਚੁੱਕਿਆ ਕਿ ਇਹ ਲੜਾਈ ਇਕੱਲੇ ਇੰਡੀਆ 'ਚ ਥੋੜਾ ਹੁੰਦੀ ਸੀ, ਇਹ ਸਾਰੀਆਂ ਕੰਪਨੀਆਂ ਅਫਰੀਕਾ 'ਚ ਵੀ ਵੱਖਰੀਆਂ ਵੱਖਰੀਆਂ ਕਲੋਨੀਆਂ ਵਾਸਤੇ ਲੜ ਰਹੀਆਂ ਸੀ, ਤੇ ਇਹ ਸਾਊਥ ਈਸਟ ਏਸ਼ੀਆ 'ਚ, ਉੱਤਰ ਪੂਰਬੀ ਜਿਹੜਾ ਆਪਣਾ ਉਹ ਆ ਦੱਖਣ ਆਪਣਾ ਪੂਰਬੀ ਏਸ਼ੀਆ ਹੈ, ਜਿੱਥੇ ਮਲਾਇਆ, ਮਲੇਸ਼ੀਆ, ਸਿੰਗਾਪੁਰ ਵਰਗੇ ਦੇਸ਼ ਆ, ਉੱਥੇ ਵੀ ਇਹਨਾਂ ਕੰਪਨੀਆਂ ਦੀ ਲੜਾਈ ਸੀ। ਇੱਥੋਂ ਤੱਕ ਕਿ ਇਹ ਆਪਣੇ ਘਰ 'ਚ ਵੀ ਲੜ ਰਹੀਆਂ ਸੀ, ਆਪਣੇ ਘਰ ਦਾ ਮਤਲਬ ਯੂਰਪ 'ਚ, ਇਹ ਯੂਰਪ 'ਚ ਵੀ ਲੜ ਰਹੀਆਂ ਸੀ ਇਹ ਕੰਪਨੀਆਂ। ਸੋ ਇਹਨਾਂ ਕੰਪਨੀਆਂ ਦੀ ਬੜੀ ਜ਼ਬਰਦਸਤ ਲੜਾਈ ਸੀ, ਠੀਕ ਆ। ਸੋ ਫਿਰ ਇਸ ਤੋਂ ਬਾਅਦ ਇੱਕ ਸ਼ਖਸ ਆਇਆ, ਫਰੈਂਕੀਅਸ ਮਾਰਟਿਨ। ਯਾਦ ਆ, ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਪੁਰਤਗਾਲੀਆਂ ਦਾ ਇੱਕ ਗਵਰਨਰ ਸੀਗਾ ਬਹੁਤ ਮਸ਼ਹੂਰ, ਦੈਟ ਇਜ਼ ਐਲਬਰੂਕੀ, ਜਿਨਨੇ ਪੁਰਤਗਾਲੀਆਂ ਨੂੰ ਬਿਲਕੁਲ ਨਵੇਂ ਸਿਰਿਓਂ ਖੜਾ ਕਰਤਾ ਸੀ। ਉਵੇਂ ਹੀ ਜੇ ਕੋਈ ਮੈਨੂੰ ਪੁੱਛੇ ਫਰੈਂਚ ਵਾਲਿਆਂ ਦਾ ਕਿਹੜਾ ਗਵਰਨਰ ਆਇਆ ਪਹਿਲਾਂ, ਦੈਟ ਇਜ਼ ਫਰੈਂਕੀਓਸ ਮਾਰਟਿਨ। ਇਹਨੇ ਫਰੈਂਚ ਵਾਲਿਆਂ ਵਾਸਤੇ ਬਹੁਤ ਸਾਰੀਆਂ ਮਤਲਬ ਕਿ ਟੈਰੀਟਰੀਜ਼ ਜਿਹੜੀਆਂ ਸੀ ਕਬਜ਼ਾ ਕੀਤਾ, ਤੇ 60 ਸਾਲ ਜਾਂ 50 ਸਾਲ ਲੇਟ ਆਉਣ ਦੇ ਬਾਵਜੂਦ ਵੀ ਫਰੈਂਚ ਵਾਲਿਆਂ ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਬਰਾਬਰ ਜੇ ਕਿਸੇ ਸ਼ਖਸ ਨੇ ਖੜਾ ਕੀਤਾ ਤੇ ਉਹ ਕੌਣ ਸੀ? ਫਰੈਂਕੀਅਸ ਮਾਰਟਿਨ ਸੀਗਾ। ਬਹੁਤ ਇੰਪੋਰਟੈਂਟ ਆ। ਇਹੀ ਉਹ ਸਮਾਂ ਸੀਗਾ ਜਦੋਂ ਯੂਰਪ ਦੇ ਵਿੱਚ ਸਪੇਨ ਦੇ ਸੱਤਾ ਨੂੰ ਲੈ ਕੇ ਲੜਾਈ ਹੋ ਗਈ। ਸਪੇਨ ਦੇ ਵਿੱਚ ਕੋਈ ਪਰਸਨਲ ਰੌਲਾ ਸੀਗਾ ਸਪੇਨ ਦੀ ਸੱਤਾ ਨੂੰ ਲੈ ਕੇ। ਬਈ ਉੱਥੇ ਪੰਗਾ ਪਤਾ ਕੀ ਹੁੰਦਾ ਸੀ? ਜੇ ਸਪੇਨ ਦੇ ਰਾਜ ਦੀ ਲੜਾਈ ਆ ਤਾਂ ਫਰਾਂਸ ਇੱਕ ਪਾਸੇ ਹੋ ਜਾਂਦਾ ਸੀ, ਬ੍ਰਿਟੇਨ ਦੂਜੇ ਪਾਸੇ। ਲੜਾਈ ਤਾਂ ਚੱਲਦੀ ਸੀ ਇਹਨਾਂ ਦੇ ਪੇਰੈਂਟ ਕੰਟਰੀ 'ਚ, ਜਿਹੜਾ ਇਹਨਾਂ ਦਾ ਮੇਨ ਮੁੱਖ ਦੇਸ਼ ਸੀਗਾ, ਤੇ ਕੰਪਨੀਆਂ ਲੜ ਪੈਂਦੀਆਂ ਸੀ ਪੂਰੀ ਦੁਨੀਆ 'ਚ, ਜਿੱਥੇ ਜਿੱਥੇ ਵੀ ਆਪਸ 'ਚ ਨੇੜੇ ਤੇੜੇ ਆ। ਤਾਂ ਸਪੈਨਿਸ਼ ਲੜਾਈ ਕਰਕੇ ਜਿਹੜੀ ਆ ਉੱਥੇ ਇਹਨਾਂ ਦਾ ਫਰਾਂਸ ਦਾ ਬਹੁਤ ਨੁਕਸਾਨ ਹੋਇਆ। ਤਾਂ ਜਦੋਂ ਫਰਾਂਸ ਦਾ ਨੁਕਸਾਨ ਯੂਰਪ 'ਚ ਹੋਊਗਾ ਕਿਸੇ ਲੜਾਈ 'ਚ, ਤਾਂ ਤੁਹਾਨੂੰ ਲੱਗਦਾ ਕਿ ਉੱਥੋਂ ਦੀ ਸਰਕਾਰ ਇੰਡੀਆ ਦੇ ਵਿੱਚ ਪ੍ਰੋਪਰ ਰਸਦ ਭੇਜ ਸਕਦੀ ਹੈ, ਜਾਂ ਪ੍ਰੋਪਰ ਪੈਸਾ ਭੇਜ ਸਕਦੀ ਹੈ, ਜਾਂ ਪ੍ਰੋਪਰ ਮਿਲਟਰੀ ਭੇਜ ਸਕਦੀ ਹੈ? ਨਹੀਂ। ਇਹਦੇ ਕਰਕੇ ਭਾਰਤ 'ਚ ਉਹਨਾਂ ਦੀ ਤਾਕਤ ਫੇਰ ਕਮਜ਼ੋਰ ਹੋ ਗਈ, ਬਿਕੋਜ਼ ਕਿਸੇ ਦੂਜੇ ਪਾਸੇ ਤੁਹਾਡੀ ਲੜਾਈ ਚੱਲੀ, ਉੱਥੇ ਤੁਸੀਂ ਹਾਰ ਗਏ, ਕਮਜ਼ੋਰ ਹੋ ਗਏ, ਉਹਦਾ ਅਸਰ ਤੁਹਾਨੂੰ ਇੰਡੀਆ 'ਚ ਦੇਖਣ ਨੂੰ ਮਿਲੂਗਾ। ਤਾਂ ਸਪੈਨਿਸ਼ ਲੜਾਈ 'ਚ ਇਹਨਾਂ ਦੇ ਹਾਰਨ ਦਾ ਕਰਕੇ ਇਹ ਹੋਇਆ 1706 'ਚ ਫਰੈਂਕੀਅਸ ਮਾਰਟਿਨ ਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਬਹੁਤ ਕਮਜ਼ੋਰ ਹੋ ਗਏ, ਪਰ ਉਸ ਤੋਂ ਬਾਅਦ 1720 ਤੋਂ ਬਾਅਦ ਇਹਨਾਂ ਨੂੰ ਫਿਰ ਇੱਕ ਤਗੜਾ ਗਵਰਨਰ ਟੱਕਰੂਗਾ, ਦੈਟ ਇਜ਼ ਡੁਪਲੈਕਸ। ਕੀ ਨਾਮ ਹੋਊਗਾ ਉਹਦਾ? ਡੁਪਲੇ। ਤਾਂ ਡੁਪਲੇ ਦੁਬਾਰਾ ਫਿਰ ਇਹਨਾਂ ਨੂੰ ਅੱਗੇ ਲੈ ਕੇ ਆਊਗਾ। ਤੁਸੀਂ ਕਹੋਗੇ ਇਸ ਤੋਂ ਅਗਲੀ ਹਿਸਟਰੀ ਨਹੀਂ ਮੈਂ ਪੜ੍ਹਾਈ। ਹੁਣ ਜਿਹੜੀ ਅਗਲੀ ਹਿਸਟਰੀ ਹੈ ਨਾ, ਉਹ ਸਿਰਫ ਦੋ ਤਾਕਤਾਂ ਦੀ ਰਹਿ ਗਈ, ਇੱਕ ਬ੍ਰਿਟਿਸ਼ ਵਾਲਿਆਂ ਦੀ, ਇੱਕ ਕਿਹਦੀ? ਫਰੈਂਚ। ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਇੱਕ ਤੀਸਰਾ ਕਿਰਦਾਰ ਵੀ ਆ ਜਾਊਗਾ, ਇੰਡੀਅਨ ਰਾਜੇ, ਇੰਡੀਅਨ ਸਟੇਟਸ। ਹੁਣ ਇਹ ਤਿੰਨਾਂ ਦੀ ਆਪਸ 'ਚ ਲੜਾਈ ਹੋਊਗੀ। ਹੁਣ ਇਹ ਤਾਂ ਮੈਂ ਚੈਪਟਰ ਕੰਪਲੀਟ ਕਰਾਤਾ, ਅਰਾਈਵਲ ਆਫ ਯੂਰੋਪੀਅਨਸ, ਯੂਰੋਪੀਅਨਸ ਦਾ ਭਾਰਤ 'ਚ ਆਗਮਨ। ਇਸ ਤੋਂ ਬਾਅਦ ਜਿਹੜਾ ਸਾਡਾ ਟੌਪਿਕ ਆ ਨਾ, ਜਿਹੜਾ ਬੜਾ ਇੰਪੋਰਟੈਂਟ ਟੌਪਿਕ ਆ, ਹੁਣ ਰਹੂਗਾ ਕਿ ਅੰਗਰੇਜ਼ਾਂ ਦੇ, ਫਰਾਂਸ ਵਾਲਿਆਂ ਦੇ ਤੇ ਭਾਰਤੀ ਸਟੇਟਾਂ ਦੇ, ਭਾਰਤੀ ਰਾਜਿਆਂ ਦੇ ਆਪਸੀ ਰਿਲੇਸ਼ਨ, ਆਪਸੀ ਸਬੰਧ, ਆਪਸੀ ਲੜਾਈਆਂ, ਆਪਸੀ ਤੂ ਧੜਕ। ਇਸ ਚੀਜ਼ ਨੂੰ ਆਪਾਂ ਕੰਪਾਈਲ ਜਾਂ ਕੰਸੋਲੀਡੇਟ ਕਰਾਂਗੇ ਅਗਲੇ ਲੈਕਚਰ 'ਚ, ਠੀਕ ਆ। ਅੱਜ ਵਾਸਤੇ ਇੰਨਾ ਹੀ ਬਹੁਤ ਆ। ਧੰਨਵਾਦ।